सुखमणि सुख अमृत प्रभ नाम भगत जना के मन विसराम। सास सास सिमरो गोबिंद, सास सास सिमरो गोबिंद, सास सास सिमरो गोबिंद, सास सास सिमरो गोबिंद, सास सास सिमरो गोबिंद। मन अंतर की उतरे चिंत, मन अंतर की उतरे चिंत, सास सास सिमरो गोबिंद। पूरे गुर का सुन उपदेश, पूरे गुर का सुन उपदेश, पार ब्रह्म निकट कर पेख। सास सास सिमरो गोबिंद, सास सास सिमरो गोबिंद। मन अंतर की उतरे चिंत, आस अनेक त्यागो तरंग, आस अनेक त्यागो तरंग, संत जना की तूर मन मंग। आप छोड़ बेनती करो, आप छोड़ बेनती करो, साध संग अगन सागर तरो। हर तन के परले हो पंडार, हर तन के परले हो पंडार, नानक गुर पूरे नमस्कार, नानक गुर पूरे नमस्कार, नानक गुर पूरे नमस्कार, नानक गुर पूरे नमस्कार। सास सास सिमरो गोबिंद, सास सास सिमरो गोबिंद। मन अंतर की उतरे चिंत, मन अंतर की उतरे
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ ਗਿਆਨ ਪੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸ਼ੇ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿਤ ਕਰਾ, ਗੁਰਦੇਵ ਆਦ ਜੁਗਾਦ जुग जुग, गुरुदेव मंथ हरजा पुदरा, गुरुदेव संगत प्रभ मेल कर कृपा, हम मूड पापी जित लग तरा, गुरुदेव सतगुर पार ब्रह्म परमेश्वर, गुरुदेव नानक हर नमस्कारा। वाहिगुरु जी का खालसा, वाहिगुरु जी की फतेह। गुरुदेव परमेश्वर दा कोटान कोट शुक्र है जिन्होंने ये विध बनाई और सच्चे पातशाह ने ਜਿਹੜੀ ਸੁਖਮਨੀ ਸਾਹਿਬ ਲੋਕਾਂ ਦੀ ਬੜੀ ਪਿਆਰੀ ਬਾਣੀ ਕਈਆਂ ਨਿਤਨੇਮ ਦੇ ਵਿੱਚ ਹਮੇਸ਼ਾ ਯੂਜ਼ ਕਰਦੇ ਨੇ, ਹਮੇਸ਼ਾ ਨਿਤਨੇਮ ਕਰਦੇ ਨੇ, ਉਹਦੀ ਵਿਚਾਰ ਕਰਨ ਵਾਸਤੇ ਇਹ ਵਿਧ ਬਣਾਏ ਕਿ IGS ਗਰੁੱਪ ਨੂੰ ਇਹ ਸੋਝੀ ਦਿੱਤੀ ਕਿ ਇਹਦੀ ਵਿਚਾਰ ਸਾਧ ਸੰਗਤ ਤੱਕ ਲੈ ਕੇ ਜਾਈਏ। ਔਰ ਹਾਲੇ ਤੱਕ 23 ਅਸ਼ਪਦੀਆਂ ਦੀ ਵਿਚਾਰ ਹੋ ਚੁੱਕੀ ਹੈ। ਆਖਰੀ ਅਸ਼ਪਦੀ 24ਵੀਂ ਅਸ਼ਪਦੀ ਦੀ ਦਾਸ ਨੂੰ ਹੁਕਮ ਹੋਇਆ ਸੇਵਾ ਕਰਨ ਵਾਸਤੇ। ਜਦੋਂ ਮੈਂ ਸੁਣਿਆ 23 ਅਲੱਗ ਅਸ਼ਪਦੀਆਂ ਦੇ ਵਿਚਾਰ ਬੜੇ ਹੀ ਵਿਦਵਾਨ ਸੀ, ਐਂਡ ਆਮ ਟੋਟਲੀ ਹੰਬਲਡ ਕਿ ਆਈ ਡੂ ਨਾਟ ਸਟੈਂਡ ਇਨ ਦੈਟ ਲਾਈਨ ਜਿਹੜੇ ਵਿਦਵਾਨਾਂ ਨੇ ਵਿਚਾਰ ਕੀਤੀ ਹੈ। ਪਰ ਦਾਸ ਨੂੰ ਹੁਕਮ ਹੋਇਆ ਇਹਦੀ ਵਿਚਾਰ ਕਰਨ ਵਾਸਤੇ। मैं सतगुरु जी अगे अरदास करना वा, हे सच्चे पातशाह अपनी विचार आप ही पै पावनी च रख के करा लो। अपने उदम नाल असीं कोई नहीं कर सकते, हम आपो बोलना जानदा, मैं कहा सब हुक्म आओ जियो। जिहड़ी 24ਵੀਂ अशपदी है उहदे च गुरु साहब एक श्लोक है ਤੇ 8 ਬੰਦ ਹੈਗੇ ਨੇ। ਹਰੇਕ ਬੰਦ ਦੇ ਵਿੱਚ 10-10 ਪੰਕਤੀਆਂ ਹਨ। ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸ਼ਲੋਕ ਤੇ 4 ਬੰਦ ਦੀ ਵਿਚਾਰ ਅਸੀਂ ਕਰਾਂਗੇ। ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਦਾਸ ਦੇ ਮਨ 'ਚ ਆਇਆ ਕਿ ਸੁਖਮਨੀ ਸਾਹਿਬ ਇੱਕ ਬੜੀ ਲਵੇਰੀ ਲੰਬੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਕਈ ਲਵੇਰੀਆਂ ਬਾਣੀਆਂ ਨੇ। ਐਗਜ਼ਾਮਪਲ ਵਾਸਤੇ ਆਸਾ ਕੀ ਵਾਰ, 52 ਅੱਖਰੀ, ਸਿੱਧ ਗੋਸ਼ਟ, ਓਂਕਾਰ, ਇਹਨਾਂ ਸਾਰੀਆਂ ਬਾਣੀਆਂ ਦੇ ਵਿੱਚ ਇੱਕ ਰਹਾਉ ਤੁਕ ਹੈਗੀ ਹੈ। ਆਸਾ ਕੀ ਵਾਰ ਅਸੀਂ ਸਾਰੇ ਸੁਣਦੇ ਹਾਂ ਰੋਜ਼, ਉਹਦੇ 'ਚ ਇੱਕ ਰਹਾਉ ਤੁਕ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ, ਜਿਹੜਾ ਕਿ 12ਵੇਂ ਛੱਕੇ ਦੇ ਵਿੱਚ ਆਂਦੀ ਹੈ। ਔਰ ਸਾਰੀ ਆਸਾ ਕੀ ਵਾਰ 24 ਛੱਕੇ ਦੇ ਰਿਵੋਲਵ ਅਰਾਊਂਡ ਦੈਟ। ਐਸੇ ਮੈਸੇਜ ਨੂੰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਵਾਹਿਗੁਰੂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ, ਇਹਦੇ ਅਰਾਊਂਡ ਘੁੰਮਦੀ ਹੈ। ਇਸ ਤਰ੍ਹਾਂ ਹੀ ਸੁਖਮਨੀ ਸਾਹਿਬ ਜਿਹੜੀ ਹੈ ਇਹਦੇ 'ਚ ਇੱਕ ਰਹਾਉ ਤੁਕ ਹੈ ਜਿਹੜੇ ਪਹਿਲੇ ਅਸ਼ਪਦੀ ਦੇ ਵਿੱਚ ਆਈ ਹੈ, ਜਿਹਦੀ ਆਪ ਵਿਚਾਰ ਸੁਣ ਬੈਠੇ ਹੋ। ਉਹਦੇ 'ਚ ਰਹਾਉ ਤੁਕ ਹੈਗੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਚਨਾ। ਇਹ ਜਦੋਂ ਵਿਚਾਰ ਕਰਨ ਲੱਗੇ 24ਵੀਂ ਅਸ਼ਪਦੀ ਦੀ, ਜਦ ਦਾਸ ਨੂੰ ਸੇਵਾ ਮਿਲੀ, ਮਨ ਦੇ ਵਿੱਚ ਆਇਆ ਕਿ ਰਹਾਉ ਤੁਕ ਹੈਗੀ ਹੈ ਜਿਹਦੀ ਹੀ ਐਕਸਪੈਂਸ਼ਨ ਸਾਰੀ 24 ਅਸ਼ਪਦੀਆਂ ਜਿਹੜੀਆਂ ਨੇ ਇਹਦੇ ਅਰਾਊਂਡ ਘੁੰਮਦੀਆਂ ਪਈਆਂ ਨੇ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਇਹਦੀ ਵਿਚਾਰ ਆਪ ਪਹਿਲੇ ਅਸ਼ਪਦੀਆਂ 'ਚ ਇਹਦੇ ਬਾਰੇ ਸੁਣ ਚੁੱਕੇ ਹੋ। ਪਰ ਇੱਕ ਮਨ ਦੇ ਵਿੱਚ ਆਈ ਇੱਛਾ, ਜਦੋਂ ਗੁਰੂ ਸਾਹਿਬ ਨੇ ਕਿਹਾ
ਭਗਤ ਜਨਾ ਕੇ ਮਨ ਵਿਸ਼ਰਾਮ। ਇਹਨੂੰ ਸੋਚਣਾ ਸ਼ੁਰੂ ਕੀਤਾ। ਗੁਰੂ ਸਾਹਿਬ ਕਹਿੰਦੇ ਪਏ ਨੇ, ਜੇ ਅਸੀਂ ਸੁੱਖ ਚਾਹੁੰਦੇ ਹਾਂ, ਜਿਹੜਾ ਸੁਖਮਨੀ ਪ੍ਰਦਾਨ ਕਰਦੀ ਹੈ, ਸਾਨੂੰ ਭਗਤਾਂ ਨੂੰ ਪੁੱਛਣਾ ਪਏਗਾ। ਪੁੱਛੋ ਵਿਵੇਕੀਆ ਜਾਏ, ਆਨੰਦ ਸਾਹਿਬ ਕਹਿੰਦੇ ਨੇ ਵਿਵੇਕੀਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਕੋਲ 15 ਭਗਤ ਹੈਗੇ ਨੇ, ਤੇ 15 ਭਗਤਾਂ ਦੇ ਹਿਰਦੇ ਦੇ ਵਿੱਚ ਇਹ ਨਾਮ ਵਸਿਆ ਸੀ, ਭਗਤ ਜਨਾ ਕੇ ਮਨ ਵਿਸ਼ਰਾਮ। ਵਿਸ਼ਰਾਮ ਵਿੱਚ ਟਿਕਿਆ ਹੋਇਆ, ਉਹਨਾਂ ਦੇ ਹਿਰਦੇ 'ਚ ਇਹ ਨਾਮ ਟਿਕ ਗਿਆ, ਤੇ ਉਹਨਾਂ ਦਾ ਜੀਵਨ ਕਿੰਨਾ ਸੁਖੀ ਹੋ ਗਿਆ। ਉਹਨਾਂ ਨੇ ਆਪ ਹੀ ਆਪਣੀ ਬਾਣੀ ਦੀ ਰਾਹੀਂ ਇਹ ਸਾਡੇ ਕੋਲ ਪਹੁੰਚਾਇਆ, ਗੁਰੂ ਗ੍ਰੰਥ ਸਾਹਿਬ ਦੀ ਰਾਹੀਂ। ਤੇ ਮਨ 'ਚ ਆਇਆ ਇਹਦੀ ਵਿਚਾਰ 'ਚ ਵੀ ਅਸ਼ਪਦੀ ਦੀ, ਜਿਹੜਾ ਕਿ ਸਮਰਾਈਜ਼ ਕਰਨ ਵਾਸਤੇ ਵੀ ਦਾਸ ਨੂੰ ਹੁਕਮ ਹੋਇਆ ਸੀ, ਤੇ ਰਹਾਓ ਤੁਕ ਤੋਂ ਬੈਟਰ ਹੋਰ ਕੀ ਸਮਰਾਈਜ਼ੇਸ਼ਨ ਹੋ ਸਕਦੀ ਹੈ। ਅਸੀਂ ਜੇ ਹੁਣ ਇਹ ਦੇਖੀਏ ਕਿ ਇਹ 15 ਭਗਤਾਂ ਨੇ ਉਹਨਾਂ ਦੇ ਹਿਰਦੇ 'ਚ ਕਿਸ ਤਰ੍ਹਾਂ ਨਾਮ ਵਿਸ਼ਰਾਮ ਕੀਤਾ। ਅਸੀਂ ਇੱਕ ਸਾਰ ਨਾਲ ਪੁਰਾਣੇ ਜਿਹੜੇ ਭਗਤ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ, ਭਗਤ ਜੈਦੇਵ ਜੀ ਨੂੰ, ਜਿਹੜੇ ਕਿ ਬਾਬਾ ਫਰੀਦ ਤੋਂ ਵੀ ਪਹਿਲੇ ਹੋਏ ਨੇ 12th ਸੈਂਚੁਰੀ 'ਚ, ਉਹਦੇ 'ਚ ਭਗਤ ਜੈਦੇਵ ਜੀ ਆਪਣੇ ਸ਼ਬਦ 'ਚ ਕਹਿੰਦੇ ਨੇ, ਕੇਵਲ ਰਾਮ ਨਾਮ ਮਨੋਰਮਾ। ਕਹਿੰਦੇ ਡਵੈਲ ਓਨਲੀ ਅਪੋਨ ਦਾ ਬਿਊਟੀਅਸ ਨੇਮ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਭਗਤ ਜੈਦੇਵ ਜੀ ਦੇ ਹਿਰਦੇ ਦੇ ਵਿੱਚ ਕਿਸ ਤਰ੍ਹਾਂ ਵਸਿਆ? ਕੇਵਲ ਨਾਮ, ਰਾਮ ਨਾਮ ਮਨੋਰਮਾ। ਮੈਨੂੰ ਉਹੀ ਇੱਕ ਚੰਗਾ ਲੱਗਦਾ, ਨਾਮ ਹੀ ਚੰਗਾ ਲੱਗਦਾ, ਬਾਕੀ ਹੋਰ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ। ਉਸ ਤੋਂ ਬਾਅਦ ਬਾਬਾ ਫਰੀਦ ਜੀ, ਉਹ ਵੀ ਉਸੇ ਸਮੇਂ ਤੋਂ ਹੋਏ ਨੇ, ਪਰ ਜੈਦੇਵ ਜੀ ਸਾਰਿਆਂ ਪੁਰਾਣੇ ਮੰਨਿਆ ਜਾਂਦਾ ਹੈ। ਉਹਦੇ 'ਚ ਬਾਬਾ ਫਰੀਦ ਜੀ ਕਹਿੰਦੇ ਨੇ, ਜਦੋਂ ਨਾਮ ਦੀ ਗੱਲ ਕਰਦੇ ਨੇ, ਕਹਿੰਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਪੋਈ ਪਾਰਥੀ ਹੈ। ਕਹਿੰਦੇ ਨੇ ਜਿਨ੍ਹਾਂ ਨੂੰ ਨਾਮ ਭੁੱਲ ਗਿਆ ਨਾ, ਉਹ ਤੇ ਦੁਨੀਆ ਤੇ ਪਾਰ ਵਾਕਨ ਹੈਗੇ ਨੇ। ਹੋਰ ਅਸੀਂ ਲੈ ਲਈਏ ਤੀਜੇ ਭਗਤ, ਭਗਤ ਬੇਣੀ ਜੀ। ਭਗਤ ਬੇਣੀ ਜੀ ਕਹਿੰਦੇ ਨੇ, ਡਲ ਮਲ ਦੈ ਤੋਂ ਗੁਰਮੁਖ ਗਿਆਨ, ਬੇਣੀ ਜਾਚੇ ਤੇਰਾ ਨਾਮ। ਕਹਿੰਦੇ ਨੇ ਇਹ ਜਿਹੜੇ ਵਿਕਾਰ ਨੇ, ਮੈਂ ਗੁਰੂ ਕੋਲੋਂ ਉਪਦੇਸ਼ ਲੈ ਕੇ ਇਹਨਾਂ ਨੂੰ ਪੈਰਾਂ ਥੱਲੇ ਡਲ ਦਿੱਤਾ। ਆਈ ਹੈਵ ਟ੍ਰੈਂਪਲਡ ਇਟ। ਤੇ ਹੁਣ ਮੈਂ ਕੀ ਮੰਗਣਾ ਵਾ? ਬੇਣੀ ਜਾਚੈ, ਜਾਚੇ ਮੀਨ ਮੰਗਦਾ, ਇਹ ਮੰਗਦਾ ਤੇਰਾ ਨਾਮ। ਮੈਂ ਬਸ ਇਹ ਨਾਮ ਹੀ ਮੰਗਣਾ ਵਾ। ਹਾਲੇ ਨਾਮ ਉਹਨਾਂ ਦੇ ਹਿਰਦੇ 'ਚ ਵਸਿਆ, ਪਰ ਫਿਰ ਮੰਗਦੇ ਪਏ ਨੇ, ਕਿਉਂਕਿ ਉਹ ਦੱਸਦੇ ਪਏ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਭੀਖ, ਭਗਤ ਭੀਖਨ ਜੀ ਕਹਿੰਦੇ ਨੇ, ਐਸਾ ਨਾਮ ਰਤਨ ਨਿਰਮੋਲਕ ਪੁਨ ਪਦਾਰਥ ਪਾਇਆ। ਐਸਾ ਨਾਮ ਰਤਨ ਨਿਰਮੋਲਕ, ਇੱਕ ਰਤਨ ਵਰਗਾ, ਨਿਰਮੋਲਕ ਰਤਨ, ਇਟ ਇਜ਼ ਪ੍ਰਾਈਸਲੈਸ। ਪੁਨ ਪਦਾਰਥ ਪਾਇਆ। ਇਹ ਮੈਂ, ਮੇਰੇ ਕੋਲ ਗੁਰੂ ਸਾਹਿਬ ਨੇ ਇਹ ਗੁਣਾ ਦੀ ਕਮਾਈ ਕਰਕੇ ਇਹ ਮੇਰੇ ਹਿਰਦੇ 'ਚ ਵਸਾ ਦਿੱਤਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਭਗਤ ਨਾਮਦੇਵ ਜੀ ਨੂੰ ਦੇਖਿਓ, ਉਹ ਕਹਿੰਦੇ ਨੇ, ਮਨ ਮੇਰੋ ਗੱਜ ਜਿਵਾ ਮੇਰੀ ਕਾਤੀ, ਮਪ ਮਪ ਕਾਟੋ जम की फांसी, कह करे जाती कह करे पाती, राम का नाम जपो दिन राती, रांगन रावो सीवन सीवो, राम नाम बिन घड़ी ना जीवो। मैं ते एक घड़ी जी नहीं सकता ये नाम तो बगैर। सुखमनी सुख अमृत पर नाम, भगत जना के मन विश्राम। भगत सुंदर जी, जिन्हों ने गुरु नानक देव जी दे, वाहिगुरु गुरु अमरदास जी दे, जिस वेले उन्होंने अकाल चलाना किया, उस वेले उन्होंने
ਇਹ ਉਹਨਾਂ ਦੇ ਗ੍ਰੇਟ ਗ੍ਰੈਂਡਸਨ ਸੀ ਭਗਤ ਸੁੰਦਰ ਜੀ, ਜਿਹੜੀ ਬਾਣੀ ਦਾ ਨਾਂ ਹੈ ਰਾਮਕਲੀ ਸੱਧ। ਉਹਦੇ 'ਚ ਸ਼ੁਰੂ ਕਰਦੇ ਨੇ, ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ, ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਈ ਜੀਓ। ਭਗਤ ਸੁੰਦਰ ਜੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਹੇ ਨੇ। ਗੁਰ ਸ਼ਬਦ ਸਮਾਵੇ, ਗੁਰੂ ਅਮਰਦਾਸ ਜੀ ਕਿਸ ਤਰ੍ਹਾਂ ਸ਼ਬਦ ਦੇ ਵਿੱਚ ਸਮਾ ਗਏ। ਅਵਰ ਨ ਜਾਣੇ ਕੋਈ ਜੀਓ, ਅਵਰੋਂ ਨ ਜਾਣੇ ਸ਼ਬਦ ਗੁਰ ਕੇ ਏਕ ਨਾਮ ਤੇ ਆਵੇ। ਗੁਰੂ ਅਮਰਦਾਸ ਜੀ ਦੇ ਹਿਰਦੇ 'ਚ ਨਾਮ ਵਸਿਆ ਹੋਇਆ ਔਰ ਫਿਰ ਵੀ ਏਕ ਨਾਮ ਤੇ ਆਵੇ। ਅੰਤਲੇ ਸਮੇਂ ਤੇ ਵੀ ਉਹ ਨਾਮ ਤੇ ਆ ਰਹੇ ਨੇ। ਹੁਣ ਇਹਦੇ 'ਚ ਇਹ ਰਾਮਕਲੀ ਸੱਧ ਦੇ ਵਿੱਚ ਭਗਤ ਸੁੰਦਰ ਜੀ ਜੇ ਇਹ ਰਿਕਗਨਾਈਜ਼ ਕਰ ਰਹੇ ਨੇ, ਇਹਦਾ ਮਤਲਬ ਉਹਨਾਂ ਦੇ ਅੰਦਰ ਵੀ ਵਸਿਆ ਹੋਇਆ। ਇਸੇ ਕਰਕੇ ਭਗਤਾਂ ਵਿੱਚ ਗਣਿਆ, ਉਹਨਾਂ ਨੂੰ ਭਗਤਾਂ 'ਚ ਗਿਣਿਆ ਗਿਆ। ਫਿਰ ਅਸੀਂ ਭਗਤ ਤਰਲੋਚਨ ਜੀ ਜਿਹੜੇ ਨੇ, ਉਹ ਕਹਿੰਦੇ ਨੇ, ਆਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਕਿਉਂਕਿ ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੇਜ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਤਾਕੇ ਹਿਰਦੇ ਵਸੈ। ਕਿਉਂਕਿ ਇਹ ਨਾਮ ਜਦੋਂ ਹਿਰਦੇ 'ਚ ਵਸ ਗਿਆ, ਇਹ ਐਸਾ ਵਸ ਜਾਂਦਾ ਹੈ ਕਿ ਇਹ ਹਰ ਵੇਲੇ ਚੱਲਦਾ ਰਹਿੰਦਾ ਹੈ। ਭਗਤ ਤਰਲੋਚਨ ਜੀ ਭਗਤ ਜਨਾ ਕੇ ਮਨ ਵਿਸਰਾ, ਉਹ ਆਪਣੇ ਐਕਸਪੀਰੀਅੰਸ ਉਹ ਦੱਸ ਰਹੇ ਨੇ। ਅੰਤ ਕਾਲ, ਕਿਉਂਕਿ ਸਾਨੂੰ ਪਤਾ ਨਹੀਂ ਸਾਡਾ ਅੰਤ ਕਾਲ ਕਦੋਂ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੇਂ ਜੇ ਮਰੈ। ਜਿਸ ਵੇਲੇ ਹਰ ਵੇਲੇ ਚੱਲ ਰਿਹਾ ਨਾਮ ਅੰਦਰ, ਨਾਮ ਹੀ ਉਹਨਾਂ ਨੂੰ ਪਾਲ ਰਿਹਾ। ਉਹ ਪਤਾ ਕੋਈ ਨਹੀਂ ਅੰਤਲਾ ਸਮਾਂ ਕਿਹੜਾ ਹੈ, ਪਰ ਅੰਤ ਕਾਲ ਨਾਰਾਇਣ ਸਿਮਰੈ, ਕਿਉਂਕਿ ਉਹ ਨਾਮ ਚੱਲ ਰਿਹਾ। ਐਸੀ ਚਿੰਤਾ ਮੇਂ ਜੇ ਮਰੈ। ਬਦਤ ਤਰਲੋਚਨ, ਭਗਤ ਤਰਲੋਚਨ ਜੀ ਕਹਿੰਦੇ ਨੇ, ਪੀਤੰਬਰ ਤਾਕੇ ਹਿਰਦੇ ਵਸੈ। ਉਹ ਪੀਲੇ ਵਸਤਰਾਂ ਵਾਲਾ ਵਾਹਿਗੁਰੂ ਅਲੱਗ ਅਲੱਗ ਰੂਪ 'ਚ ਦੇਖਿਆ ਜਿਹੜਾ ਉਹਨਾਂ ਦੇ ਹਿਰਦੇ 'ਚ ਵਸਿਆ। ਹਿਰਦੇ 'ਚ ਵਸਿਆ ਤੇ ਉਹਦੇ ਚਰਨਾਂ 'ਚ ਹੀ ਚਲੇ ਜਾਂਦੇ ਨੇ। ਇਸ ਤਰ੍ਹਾਂ ਭਗਤ ਤਰਲੋਚਨ ਜੀ ਵੀ ਦੱਸਦੇ ਨੇ। ਭਗਤ ਰਵਿਦਾਸ ਜੀ ਨੇ ਦੇਖ ਲਓ, ਹੁਣ ਕਹਿੰਦੇ ਨੇ, ਮੇਰੀ ਜਾਤ ਕੁੱਟ ਬਾਂਡਲਾ, ਢੋਰ ਢੁਵੰਤਾ ਨਿਤੇ ਬਨਾਰਸੀ ਆਸ ਪਾਸਾ। ਹੁਣ ਭਗਤ ਰਵਿਦਾਸ ਜੀ ਅਨਟੱਚੇਬਲ ਉਸ ਟਾਈਮ ਦੇ, ਤੇ ਲੋਕੀ ਕੋਈ ਨੇੜੇ ਨਹੀਂ ਚਲਾਉਂਦਾ। ਆਪ ਹੀ ਕਹਿੰਦੇ ਨੇ, ਆਪਣੀ ਬਾਣੀ 'ਚ ਕਹਿੰਦੇ ਨੇ, ਮੇਰੀ ਜਾਤ ਕੁੱਟ ਬਾਂਡਲਾ, ਢੋਰ ਢੁਵੰਤਾ ਨਿਤੇ ਬਨਾਰਸੀ ਆਸ ਪਾਸਾ। ਢੋਰ ਮਰੇ ਹੋਏ ਪਸ਼ੂ, ਜਦੋਂ ਕਿਧਰੇ ਬਨਾਰਸ ਦੇ ਵਿੱਚ ਕੋਈ ਪਸ਼ੂ ਮਰ ਜਾਂਦਾ ਸੀ ਤੇ ਰਵਿਦਾਸ ਜੀ ਨੂੰ ਬੁਲਾਇਆ ਜਾਂਦਾ ਸੀ ਕਿ ਇਹਨੂੰ ਚੁੱਕ ਕੇ ਲੈ ਜਾਓ ਤੇ ਇਹਦਾ ਮਾਂਸ ਕੱਢ ਕੇ ਤੇ ਇਹਦੀ ਖੱਲ ਦੇ ਨਾਲ ਜੁੱਤੀਆਂ ਬਣਾਉਂਦੇ ਸੀ। ਕਹਿੰਦੇ ਨੇ, ਮੇਰੀ ਜਾਤ ਕੁੱਟ ਬਾਂਡਲਾ, ਮੈਨੂੰ ਕੋਈ ਨੇੜੇ ਨਹੀਂ ਚਲਾਉਂਦਾ। ਢੋਰ ਢੁਵੰਤਾ ਨਿਤੇ ਬਨਾਰਸੀ ਆਸ ਪਾਸਾ। ਅਬ ਹੁਣ ਦੇਖੋ ਨਾਮ ਦੀ, ਭਗਤ ਜਨਾ ਕੇ ਮਨ ਬਸਣਾ, ਜਿਹਨੇ ਅੰਦਰ ਵਸ ਗਿਆ। ਅਬ ਵਿਪਰ ਪ੍ਰਧਾਨ ਕਰੇ ਡੰਡੌਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਅਬ ਵਿਪਰ ਪ੍ਰਧਾਨ, ਵਿਪਰ ਮੀਨਸ ਇਹ ਜਿਹੜੇ ਬ੍ਰਾਹਮਣ ਨੇ, ਪ੍ਰਧਾਨ ਜਿਹੜਾ ਸਾਰਾ ਉੱਚਾ ਬ੍ਰਾਹਮਣ ਹੈਗਾ। ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ, ਉਹ ਆ ਕੇ ਮੇਰੇ ਸਾਹਮਣੇ ਦੰਡਵਤ ਕਰਦੇ ਪਏ ਨੇ, ਕਰੇ ਡੰਡੌਤ, ਪਰ ਇਹ ਮੈਨੂੰ ਨਹੀਂ ਕਰ ਰਹੇ। ਤੇਰੇ ਨਾਮ ਸਰਨਾਏ ਰਵਿਦਾਸ ਦਾਸਾ, ਕਿਉਂਕਿ ਮੇਰੇ ਅੰਦਰ ਵਾਹਿਗੁਰੂ ਨੇ ਕਿਰਪਾ ਕਰਕੇ ਮੇਰੇ ਅੰਦਰ ਨਾਮ ਵਸਾ ਦਿੱਤਾ ਔਰ ਜੀਵਨ ਮੇਰਾ ਇੰਨਾ ਸੁਖੀ ਹੋ ਗਿਆ ਕਿ ਹੁਣ ਜਿਹੜੇ ਨੇੜੇ ਨਹੀਂ ਸੀ ਲੱਗਣ ਦਿੰਦੇ, ਉਹ ਆ ਕੇ ਮੇਰੇ ਅੱਗੇ ਦੰਡਵਤ ਕਰ ਰਹੇ ਨੇ। ਹੋਰ ਭਗਤ ਕਬੀਰ ਜੀ, ਉਹ ਕਹਿੰਦੇ ਨੇ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਜਿਸ ਤਰ੍ਹਾਂ ਬਨਸਪਤੀ ਨੂੰ ਪਾਣੀ ਮਿਲਦਾ, ਉਹ ਖਿੜ ਜਾਂਦੇ ਨੇ, ਮੇਰਾ ਜੀਵਨ ਵੀ ਜਦੋਂ ਤੇਰਾ ਨਾਮ ਆਉਂਦਾ ਤੇ ਖਿੜ ਜਾਣਾ ਵਾ। ਕਹੇ ਕਬੀਰ ਗੁਲਾਮ ਕਰ ਕਾ, ਜੀ ਆਏ ਭਾਵੇਂ ਮਾਰ। ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਕਹੇ ਕਬੀਰ ਗੁਲਾਮ ਕਰ ਕਾ, ਜੀ ਆਵੇ ਭਾਵੇਂ ਮਾਰ। ਹੁਣ ਨਾਮ ਇੰਨਾ ਅੰਦਰ ਵਸ ਗਿਆ,
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ। ਭਗਤ ਕਬੀਰ ਜੀ ਦੇ ਅੰਦਰ ਇੰਨਾ ਨਾਮ ਵਸ ਗਿਆ ਔਰ ਇੰਨਾ ਸੁਖ ਹੈਗਾ, ਉਹ ਜਾ ਹੀ ਨਹੀਂ ਰਿਹਾ। ਕਹਿੰਦੇ ਨੇ ਉਹ ਕਬੀਰ ਗੁਲਾਮ ਕਰ ਮੈਂ ਤੇ ਬਸ ਤੇਰੇ ਘਰ ਦਾ ਗੁਲਾਮ ਹੋ ਗਿਆ ਵਾਂ। ਜੀ ਆਏ ਭਾਵੇਂ ਮਾਰ, ਤੂੰ ਮੈਨੂੰ ਆਪਣੇ ਕੋਲ ਰੱਖਣਾ, ਰੱਖ। ਜੇ ਮਾਰ ਕੇ ਬਾਹਰ ਕੱਢਣਾ ਕੱਢ ਦੇ, ਪਰ ਆਪਣੇ ਨਾਮ ਜਿਹੜਾ ਹੈਗਾ ਉਹਦੇ ਵਾਲਾ ਨਾ ਕਰ। ਇਸ ਤਰ੍ਹਾਂ ਹੀ ਅੱਗੇ ਅਸੀਂ ਚੱਲੀਏ। ਭਗਤ ਧੰਨਾ ਜੀ, ਭਗਤ ਧੰਨਾ ਜੀ ਕਹਿੰਦੇ ਧੰਨੇ ਧਨ ਪਾਇਆ ਧਰਣੀ ਧਰ। ਧੰਨੇ ਧਨ ਧਨ ਨਾਮ ਧਨ ਹੈ। ਧੰਨੇ ਧਨ ਪਾਇਆ ਧਰਣੀ ਧਰ। ਮਿਲ ਜਨ ਸੰਤ ਸਮਾਨਿਆ। ਹੁਣ ਸੰਗਤ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਕਹਾਣੀਆਂ ਸੁਣੀਆਂ, ਕਹਿੰਦੇ ਇਹ ਬਿਦ ਸੁਣ ਕੇ ਜਾਟ ਰੋਟ ਭਗਤੀ ਲਾਗਾ। ਮਿਲੇ ਪ੍ਰਤੱਖ ਗਸਾਈਆਂ ਧੰਨਾ ਵੜ ਪਾਗਾ। ਜਦੋਂ ਭਗਤੀ ਲੱਗੇ, ਮਿਲ ਸੰਤ ਸਮਾਨਿਆ। ਸੰਤਾਂ ਦੇ ਨਾਲ ਇਹ ਨਾਮ ਸਾਧ ਸੰਗਤ ਦੇ ਵਿੱਚ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਉਹ ਸੰਗਤ ਉਹਦੇ 'ਚ ਤਰ ਗਏ। ਭਗਤ ਧੰਨਾ ਜੀ ਕਹਿੰਦੇ ਨੇ। ਅੱਗੇ ਆਈਏ ਭਗਤ ਪੀਪਾ ਜੀ। ਇਹ ਪੀਪਾ ਜੀ ਇਹ 11ਵੇਂ ਭਗਤ ਅਸੀਂ ਗਿਣਦੇ ਪਏ ਹਾਂ। ਉਹਦੇ 'ਚ ਭਗਤ ਪੀਪਾ ਜੀ ਹੀ ਵਾਜ਼ ਏ ਕਿੰਗ। ਖਾਲੀ ਨੀਵੀਂ ਜਾਤ ਵਾਲੇ ਭਗਤ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗੇ। ਭਗਤ ਪੀਪਾ ਜੀ ਕਿੰਗ ਹੈਗੇ ਸੀ। ਉਹਨਾਂ ਨੇ ਕਿਹਾ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ। ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ। ਕਹਿੰਦੇ ਨੇ ਇਹ ਮੈਂ ਕਿੱਥੋਂ ਲੱਭਿਆ ਨਾਮ। ਕਾਇਆ ਇਹ ਸਰੀਰ ਦੇ ਅੰਦਰੋਂ। ਕਾਇਆ ਬਹੁ ਖੰਡ ਖੋਜਤੇ ਨਾਮ ਨਵ ਨਿਧ ਪਾਈ। नौ निध अमृत प्रभ का नाम देही में इसका विश्राम। ਇਹੋ ਚੀਜ਼ ਭਗਤ ਪੀਪਾ ਜੀ ਇਹ ਸਾਨੂੰ ਦੱਸਦੇ ਪਏ ਨੇ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਅੱਗੇ ਭਗਤ ਪਰਮਾਨੰਦ ਜੀ। ਪਰਮਾਨੰਦ ਜੀ ਦਾ ਇੱਕੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ। ਉਹ ਕਹਿੰਦੇ ਨੇ ਪਰਮਾਨੰਦ ਸਾਧ ਸੰਗ ਮਿਲ ਕਥਾ ਪੁਨੀਤ ਨਾ ਚਾਲੀ। ਸਾਧ ਸੰਗਤ ਦੇ ਵਿੱਚ ਮਿਲ ਕੇ ਇਹ ਨਾਮ ਦੀ ਦਾਤ ਮੇਰੇ ਹਿਰਦੇ 'ਚ ਵਸੀ ਹੈ। ਇਹ ਬਾਰ-ਬਾਰ ਇਹ ਕਹਿੰਦੇ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਾਧ ਸੰਗਤ ਦੇ ਵਿੱਚ ਹੀ ਇਹ ਪ੍ਰੇਮ ਬੰਦਾ ਹੈ। ਜੇ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਉਹ ਕਿਸ ਤਰ੍ਹਾਂ ਸਾਧ ਸੰਗਤ ਇਹ ਭਗਤ ਜਿਹੜੇ ਨੇ ਭਗਤ ਜਨ ਦੱਸਦੇ ਪਏ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ। ਕਿਸ ਤਰ੍ਹਾਂ ਉਹਨਾਂ ਅੰਦਰ ਵਿਸ਼ਰਾਮ ਹੋਇਆ ਜਦੋਂ ਅਸੀਂ ਸੁਣ ਸਾਖੀ ਮਨ ਜਪ ਪਿਆਰ। ਇਹ ਸਾਖੀਆਂ ਸੁਣ ਕੇ ਇਹ ਭਗਤ ਜਨਾ ਕੇ ਵਿਸ਼ਰਾਮ ਜਦੋਂ ਸੁਖਮਨੀ ਸਾਹਿਬ 'ਚ ਕਹਿ ਰਹੇ ਨੇ ਉਹ ਇਸੇ ਕਰਕੇ ਨੇ ਅਸੀਂ ਇਹਨਾਂ ਦੀਆਂ ਸਾਖੀਆਂ ਸੁਣੀਆਂ। ਸੁਣ ਸਾਖੀ ਮਨ ਜਪ ਪਿਆਰ, ਅੰਦਰ ਪਿਆਰ ਪੈਦਾ ਹੋ ਜਾਂਦਾ ਹੈ। ਇਸ ਚੀਜ਼ ਹੈ। ਫਿਰ ਕਹਿੰਦੇ ਨੇ ਭਗਤ ਸਦਨਾ ਜੀ ਕਹਿੰਦੇ ਨੇ ਮੈਂ ਨਾਹੀ ਕਛ ਹਾਉ ਨਹੀਂ ਕਛ ਆਏ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਮੈਂ ਨਾਹੀ ਕਹਿੰਦੇ ਮੇਰੀ ਹੈਗੀ ਕੋਈ ਔਕਾਤ ਹੀ ਨਹੀਂ ਹੈਗੀ। ਆਈ ਐਮ ਨੋਬਡੀ ਤੁਹਾਡੇ ਸਾਹਮਣੇ ਨਾਮ ਦੇ ਸਾਹਮਣੇ, ਕਿਉਂਕਿ ਨਾਮ ਕੇ ਤਾਰੇ ਸਗਲੇ ਜਾਣ। ਮੇਰੀ ਫਾਊਂਡੇਸ਼ਨ ਹੀ ਨਾਮ ਹੈਗੀ ਹੈ। ਅਵਸਰ ਲੱਜਾ, ਅਵਸਰ ਇਹ ਮਨੁੱਖਾ ਜਨਮ ਤੁਸੀਂ ਬਖਸ਼ਿਆ ਬੜੀ ਰਹਿਮਤ ਨਾਲ। ਅਵਸਰ ਲੱਜਾ ਰਾਖ ਲਿਓ, ਮੇਰੀ ਲਾਜ ਰੱਖ ਲਓ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਮੈਂ ਤੁਹਾਡਾ ਇੱਕ ਛੋਟਾ ਜਿਹਾ ਨੁਮਾਇੰਦਾ, ਇੱਕ ਜਗਿਆਸੂ ਹਾਂ, ਮੇਰੇ 'ਤੇ ਕਿਰਪਾ ਕਰ ਦਿਓ। ਇਹ ਨਾਮ ਦੀ ਦਾਤ ਉਹਨਾਂ ਨੂੰ ਮਿਲ ਚੁੱਕੀ ਹੈ, ਫਿਰ ਹੋਰ ਮੰਗਦੇ ਪਏ ਨੇ। ਅਸੀਂ ਵੀ ਇਹ ਚੀਜ਼ ਹੈਗੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ। ਸੈਨ ਨਾਈ ਜੀ ਇਹ ਨਾਈ ਸੀ। ਇਹ ਵੀ ਉਸ ਲੋਕੀ ਉਹਨਾਂ ਨੂੰ ਅਨਟੱਚੇਬਲ ਕਹਿੰਦੇ ਸੀ, ਨੀਚ ਜਾਤ ਦੇ ਕਹਿੰਦੇ ਸੀ। ਪਰ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਉੱਥੇ ਬਿਠਾਤਾ ਜਿੱਥੇ ਆਪ ਬੈਠੇ ਨੇ। ਸੈਨ ਭਗਤ ਸੈਨ ਜੀ ਕਹਿੰਦੇ ਪਏ ਨੇ ਕਿ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਣ ਭਣੇ ਭਜ ਪਰਮਾਨੰਦੇ। ਬਸ ਭਣੇ ਬੋਲੇ ਮੈਂ ਤੇ ਜਪੀ ਜਾ ਰਿਹਾ ਨਾਮ ਨੂੰ। ਸੈਣ ਭਣੇ
ਭਜ ਪਰਮਾਨੰਦ ਹੈ। ਸੈਣ ਭਣੇ ਭਜ ਪਰਮਾਨੰਦ ਹੈ। ਮਦਨ ਮੂਰਤ ਤੈ ਪਾਰ ਤੈ ਤਾਰ ਗੋਬਿੰਦ ਹੈ। ਇਹ ਪਰਮਾਤਮਾ ਸੋਹਣੇ ਸਰੂਪ ਵਾਲਾ ਹੈਗਾ, ਜਿਹੜੇ ਡਰਾਂ ਤੋਂ ਪਾਪਾਂ ਤੋਂ ਪਾਰ ਲੰਘਾਉਣ ਵਾਲਾ ਹੈਗਾ, ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈਗਾ। ਮਦਨ ਮੂਰਤ ਪੈ ਤਾਰ ਗੋਬਿੰਦ ਹੈ। ਇਹ ਭਵ ਸਾਗਰ ਤੋਂ ਮੈਨੂੰ ਪਾਰ ਕਰ ਦੇ। ਸੈਣ ਭਣੇ, ਕਿਸ ਤਰ੍ਹਾਂ ਸੈਣ ਭਣੇ, ਭਣੇ ਮੀਨਸ ਬੋਲਣਾ, ਬਾਰੰਬਾਰ ਬਾਰ ਪ੍ਰਭ ਜਪੀ ਹੈ। ਇਸ ਤਰ੍ਹਾਂ ਮੈਂ ਬਾਰ ਜਪਨਾ ਵਾਂ। ਸੈਣ ਭਣੇ ਭਜ ਪਰਮਾਨੰਦ ਹੈ। ਉਹ ਪਰਮਾਨੰਦ, ਉਹ ਵਾਹਿਗੁਰੂ ਜਿਹੜਾ ਕਿ ਸਭ ਜਗ੍ਹਾ ਸਮਾਇਆ ਹੋਇਆ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਇਹਦੀ ਵਿਆਖਿਆ ਭਗਤ ਸਦਨਾ ਜੀ ਵੀ ਕਰਦੇ ਪਏ ਨੇ, ਸੈਣ ਜੀ ਵੀ ਕਰਦੇ ਪਏ ਨੇ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ 'ਚ ਇੱਕੋ ਲਾਈਨ ਹੈਗੀ ਹੈ, ਇੱਕ ਭਗਤ ਜੀ, ਭਗਤ ਸੂਰਦਾਸ ਜੀ, ਉਹਦੇ 'ਚ ਵੀ ਦੇਖੋ ਨਾਮ ਦੀ ਗੱਲ ਕਰਦੇ ਪਏ ਨੇ। ਕਹਿੰਦੇ ਨੇ ਛਾੜ ਮਨ ਹਰ ਬਿਨਮੁਖਨ ਕੋ ਸੰਗ। ਦੇਖੋ ਹਰ ਬੇਮੁਖਨ ਕੋ ਸੰਗ, ਸੰਗਤ ਦੀ ਗੱਲ। ਜਿਹੜੇ ਵਾਹਿਗੁਰੂ ਤੋਂ ਬੇਮੁਖ ਨੇ, ਮੈਨੂੰ ਉਹਦਾ ਨਾਲ ਲਿਜਾਓ। ਜੇ ਬੇਮੁਖ ਦੋ ਤੇ ਮੈਨੂੰ ਸਨਮੁਖ ਕਰ ਦਿਓ। ਸਨਮੁਖ ਜਿਹੜੇ ਹੈਗੇ ਨੇ ਉਹਨਾਂ ਤੋਂ ਨਾਮ ਮਿਲੇਗਾ। ਤੇ ਭਗਤ ਸੂਰਦਾਸ ਜੀ ਇੱਕੋ ਲਾਈਨ ਹੈ, ਜਿਹਦੀ ਫਿਰ ਉਹਨਾਂ ਨੇ ਭੇਟਾ ਗੁਰੂ ਅਰਜਨ ਦੇਵ ਜੀ ਨੇ ਉਹ ਸੰਪੂਰਨ ਕੀਤੀ ਹੈ। ਤੇ ਇਹ ਕਹਿੰਦੇ ਨੇ ਛਾੜ ਮਨ, ਮਨ ਦੇ ਨਾਲ ਗੱਲ ਕਰਨੀ ਹੈ, ਕਿਉਂਕਿ ਇਹ ਨਾਮ ਦਾ ਵਿਸ਼ਰਾਮ ਜਿਹੜਾ ਹੈ ਭਗਤ ਜਨਾ ਕੇ ਮਨ ਵਿਸ਼ਰਾਮ, ਮਨ ਦੇ ਵਿੱਚ, ਸਰੀਰ 'ਚ ਨਹੀਂ, ਮਨ ਵਿੱਚ। ਭਗਤ ਜਨਾ ਕੇ ਮਨ ਵਿਸ਼ਰਾਮ, ਮਨ ਦੇ ਵਿੱਚ ਵਿਸ਼ਰਾਮ। ਤੇ ਕਿਸ ਤਰ੍ਹਾਂ ਹੋਇਆ? ਭਗਤ ਸੂਰਦਾਸ ਜੀ ਹੈ, ਛਾੜ ਮਨ ਹਰ ਬੇਮੁਖਨ ਕੋ ਸੰਗ। ਤੂੰ ਕੁਛ ਸੰਗਤ ਤੋਂ ਦੂਰ ਹੈ, ਸੰਗਤ ਦੇ ਵਿੱਚ ਆ ਤੇ ਤੇਰੇ ਅੰਦਰ ਨਾਮ ਦਾ ਵਿਸ਼ਰਾਮ ਹੋ ਜਾਏਗਾ। ਇੱਕ ਆਖਰੀ ਭਗਤ ਰਾਮਾਨੰਦ ਜੀ, ਜਿਨ੍ਹਾਂ ਦਾ ਇੱਕੋ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈਗਾ, ਔਰ ਬਸੰਤ ਰਾਗ ਜਦੋਂ ਆਉਂਦਾ ਹੈਗਾ, ਆਪ ਸਾਰੇ ਹਰਮੰਦਰ ਦਾ ਆਪ ਸੁਣਦੇ ਹੋ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ। ਮੈਂ ਹੁਣ ਕਿਧਰੇ ਹੋਰ ਕਿੱਥੇ ਹੀ ਜਾਵਾਂ। ਨਾਮ ਜਿਹੜਾ ਹੈਗਾ ਹਿਰਦੇ 'ਚ ਐਸਾ ਵਸ ਗਿਆ। ਕਤ ਜਾਈਏ ਰੇ ਘਰ ਲਾਗੋ ਰੰਗ, ਇਹ ਨਾਮ ਨੇ ਇੰਨਾ ਰੰਗ ਲਗਾਤਾ। ਹੁਣ ਦੁਨੀਆ ਦੀ ਰੰਗ ਰਲੀਆਂ ਜਿਹੜੀਆਂ ਨੇ ਉਹ ਕੋਈ ਚੰਗੀ ਨਹੀਂ ਲੱਗਦੀਆਂ। ਘਰ ਲਾਗੋ ਰੰਗ, ਹਿਰਦੇ ਦੇ ਵਿੱਚ ਹੀ ਰੰਗ ਲੱਗ ਗਿਆ ਗਿਆ, क्योंकि नवनित अमृत प्रभु का नाम दे ही में इसका विश्राम। वो मिल गया ते मेरा चित न चले। ਉਹਦਾ ਰਿਜ਼ਲਟ ਕੀ ਹੋਇਆ? ਇਹ ਚਿੱਤ ਜਿਹੜਾ ਹਰ ਵੇਲੇ ਡੋਲਦਾ, ਜਿਹੜਾ ਕਦੀ ਟਿਕਦਾ ਨਹੀਂ ਹੈਗਾ, ਇਹ ਮਨ ਜਿਹੜਾ ਬਾਰ-ਬਾਰ ਡੋਲਦਾ ਰਹਿੰਦਾ। ਮੇਰਾ ਚਿੱਤ ਨਾ ਚੱਲੇ। ਹੁਣ ਚਿੱਤ ਦੇ ਵਿੱਚ ਇੱਕ ਤੂੰ ਹੀ ਹੈਗਾ। ਇੱਕ ਤਰੀਕੇ ਦਾ ਇਹ ਸਮਝ ਲਓ ਕਿ ਇਹ ਇੱਕ ਡਿਸਕ ਡਰਾਈਵ ਜਿਹੜੀ ਹੈਗੀ ਇਹਨੂੰ ਵਾਈਪ ਆਊਟ ਕਰਦਾ ਹੈ, ਰੀਫਾਰਮੇਟ ਕਰਦਾ ਹੈ। ਹੁਣ ਇਹਦੇ 'ਚ ਹੋਰ ਕੁਝ ਨਹੀਂ, ਇੱਕ ਨਾਮ ਹੀ ਨਾਮ ਰਹਿ ਗਿਆ। ਇਹ ਇੱਥੇ ਭਗਤ ਰਾਮਾਨੰਦ ਜੀ ਕਹਿੰਦੇ ਨੇ। ਤੇ ਇਹ ਹੁਣ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਇਹ ਰਹਾਉਤੁਕ ਸੁਖਮਨੀ ਸਾਹਿਬ ਦੀ, ਜਿਹਦੇ ਅਰਾਊਂਡ ਸਾਰਾ ਸੁਖਮਨੀ ਸਾਹਿਬ 24 ਅਸ਼ਪਦੀਆਂ ਜਿਹੜੀਆਂ ਨੇ ਇਹ ਘੁੰਮਦੀਆਂ ਪਈਆਂ ਨੇ। ਤੇ ਉਹਨਾਂ ਦੇ ਵਿਚਾਰ ਆਪ ਜੀ ਨੇ ਬੜੇ ਵਿਦਵਾਨਾਂ ਕੋਲੋਂ 23 ਅਸ਼ਪਦੀਆਂ 'ਚ ਸੁਣ ਬੈਠੇ ਹੋ। ਆਓ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਹੁਣ 24ਵੀਂ ਅਸ਼ਪਦੀ ਜਿਹੜੀ ਹੈ ਉਹਦੀ ਵਿਚਾਰ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਇਹ ਕਰਨੇ ਆ। ਇਹਦੇ 'ਚ ਅਸ਼ਪਦੀ 'ਚ ਇੱਕ ਰਾਉ ਤੋਂ ਇੱਕ ਸ਼ਲੋਕ ਹੈ, ਜਿਸ ਦੀ ਵਿਆਖਿਆ 8 ਪਦਿਆਂ ਦੇ ਵਿੱਚ ਹੈਗੀ ਹੈ। ਤੇ ਹੈਗਾ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਸੀਂ ਜਦੋਂ ਸ਼ਲੋਕ ਵਾਰਾ ਵਧੀਕ ਜਾਂਦੇ ਹਾਂ, ਗੁਰੂ ਨਾਨਕ ਦੇਵ ਜੀ ਨੇ ਇਹ ਪੂਰੇ ਨੂੰ ਡਿਫਾਈਨ ਕੀਤਾ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਹੀਂ। ਉਹ ਵਾਹਿਗੁਰੂ ਪੂਰਾ,
ਪਹਿਲੇ ਇਹ ਚੀਜ਼ ਸਾਡੇ ਮਨ 'ਚ ਵਸ ਜਾਣੀ ਚਾਹੀਦੀ ਹੈ, ਮੇਰਾ ਗੁਰੂ ਪੂਰਾ ਹੈ। ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਣਗੇ। ਇੱਥੇ ਕਹਿੰਦੇ ਨੇ ਪੂਰਾ ਪ੍ਰਭ ਆਰਾਧਿਆ। ਸਾਡੇ ਅੰਦਰ ਹਿਰਦੇ ਦੇ ਵਿੱਚ ਇਹ ਚੀਜ਼ ਵਸ ਜਾਣੀ ਚਾਹੀਦੀ ਹੈ ਕਿ ਮੇਰਾ ਗੁਰੂ ਜਿਹੜਾ ਹੈ, ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਔਰ ਵਾਹਿਗੁਰੂ ਦੇ ਵਿੱਚ ਕੋਈ ਅੰਤਰ ਨਹੀਂ। ਵਾਹਿਗੁਰੂ ਨਿਰਗੁਣ ਸਰੂਪ ਹੈ, ਗੁਰੂ ਸਾਡਾ ਸਰਗੁਣ ਸਰੂਪ ਹੈ। ਤੇ ਕਹਿੰਦੇ ਨੇ ਪੂਰੇ ਕਾ ਕੀਆ। ਹੁਣ ਜਦੋਂ ਗੁਰੂ ਪੂਰਾ ਹੈਗਾ, ਜੇ ਸਾਡੇ ਅੰਦਰ ਕਮੀ ਹੈਗੀ, ਉਹ ਇਸ ਤਰ੍ਹਾਂ ਹੈਗਾ, ਖਿਨ ਮੈਂ ਥਾਪ ਉਥਾਪਨ ਹਾਰਾ। ਇੱਕ ਖਿਨ ਦੇ ਵਿੱਚ ਇਨ ਅ ਮੂਮੈਂਟ ਉਹ ਕੋਈ ਚੀਜ਼ ਇਸਟੈਬਲਿਸ਼ ਡੀਸਟੈਬਲਿਸ਼ ਕਰ ਸਕਦਾ। ਹੁਣ ਅਸੀਂ ਇਹਦੇ 'ਚ ਇਹ ਲੈ ਲਈ ਹੈ, ਹੁਣ ਮੇਰੇ ਵਰਗਾ ਮੂਰਖ ਜਿਹਨੂੰ ਬਾਣੀ ਦੀ ਸੋਝੀ ਨਹੀਂ, ਪਰ ਗੁਰੂ ਮੇਰਾ ਪੂਰਾ ਹੈਗਾ, ਮਾਨ ਕਰੋ ਤੁਧ ਉਪਰ ਹੈ। ਮੈਂ ਤੁਹਾਡੇ ਤੇ ਮਾਨ ਕਰਨਾ ਵਾ ਕਿ ਤੁਹਾਡੇ 'ਚ ਇਹ ਕੈਪੇਬਿਲਿਟੀ ਹੈ, ਖਿਨ ਮੈਂ ਥਾਪ ਉਥਾਪਨ ਹਾਰਾ। ਤੁਸੀਂ ਮੇਰੇ ਅੰਦਰ ਬਾਣੀ ਜੇ ਨਹੀਂ ਬਸਦੀ ਤੇ ਜੋ ਵਸਿਆ ਉਹਨੂੰ ਕੱਢ ਕੇ ਬਾਹਰ ਸੁੱਟ ਸਕਦੇ ਹੋ ਤੇ ਬਾਣੀ ਉਹਦੇ ਅੰਦਰ ਰਿਪਲੇਸ ਕਰ ਸਕਦੇ ਹੋ। ਖਿਨ ਮੈਂ ਥਾਪ ਉਥਾਪਨ ਹਾਰਾ। ਇਹ ਸਾਰਿਆਂ ਨਾਲੋਂ ਪਹਿਲਾਂ ਅਸੀਂ ਫੇਥ ਜਿਹੜੀ 24 ਪਦੀਆਂ ਕਰ ਰਹੇ ਹਾਂ ਸੁਖਮਨੀ ਸਾਹਿਬ ਦੇ ਵਿੱਚ, ਇਹ ਸ਼ਲੋਕ ਇਹੀ ਚੀਜ਼ ਦੱਸਦਾ, ਵੀ ਹੈਵ ਟੂ ਹੈਵ 100% ਫੇਥ। ਇਸ ਤੋਂ ਉੱਪਰ ਕੋਈ ਹੈ ਨਹੀਂ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਪੂਰਾ ਵਾਹਿਗੁਰੂ ਹੈ ਤੇ ਮੇਰਾ ਗੁਰੂ ਪੂਰਾ ਹੈਗਾ। ਪੂਰੇ ਕਾ ਕੀਆ ਸਭ ਕੁਝ ਪੂਰਾ। ਉਹਨੇ ਗੁਰੂ ਨਾਨਕ ਦੇਵ ਜੀ ਨੂੰ ਪੂਰਾ ਬਣਾਇਆ। ਸਾਡੀਆਂ 10 ਜੋਤਾਂ, ਜਿਹੜੀ ਇੱਕੋ ਜੋਤ ਜਿਹੜੀ 10 ਸਰੀਰਾਂ 'ਚ ਆਈ ਹੈ, ਉਹਨੇ ਬਣਾਇਆ, ਪੂਰਾ ਬਣਾਇਆ। ਕਹਿੰਦੇ ਨੇ ਕਿ ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕਿਛ ਨਹੀਂ। ਕੋਈ ਘੱਟ ਵੱਧ ਨਹੀਂ ਹੈਗਾ, ਕੋਈ ਚੀਜ਼ ਘਟਾ ਨਹੀਂ, ਉਹਨੂੰ ਵਧਾਉਣ ਦੀ ਹੋਰ ਜ਼ਰੂਰਤ ਨਹੀਂ। ਪਰ ਇਹ ਕਿਉਂ ਦੱਸ ਰਹੇ ਨੇ ਗੁਰੂ ਨਾਨਕ ਦੇਵ ਜੀ? ਫਿਰ ਸ਼ਲੋਕ ਵਾਰਾ ਵਧੀਆ ਕਹਿੰਦੇ ਨੇ, ਗੁਰਮੁਖ ਨਾਨਕ ਗੁਰਮੁਖ ਐਸਾ ਜਾਣੇ, ਪੂਰੇ ਮਾਏ ਸਮਾਏ। ਨਾਨਕ ਗੁਰਮੁਖ ਐਸਾ ਜਾਣੇ, ਜਿਹੜਾ ਇਹ ਗੱਲ ਨੂੰ ਸਮਝ ਜਾਂਦਾ। ਕਿਹੜੀ ਗੱਲ? ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਹੀਂ। ਨਾਨਕ ਗੁਰਮੁਖ ਐਸਾ ਜਾਣੇ, ਇਹਦਾ ਮਤਲਬ ਸਾਡੇ ਅੰਦਰ ਇਹ ਵਿਸ਼ਵਾਸ ਚਾਹੀਦਾ, ਪੂਰੇ ਕਾ ਕੀਆ ਸਭ ਕੁਝ ਪੂਰਾ। ਪੂਰਾ ਪ੍ਰਭ ਆਰਾਧਿਆ, ਉਹ ਪੂਰੇ ਨੂੰ ਜਦੋਂ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਉਹਦਾ ਨਾਮ ਹੀ ਪੂਰਾ ਹੈ। ਨਾਮ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਉਹ ਸਾਨੂੰ ਸਾਰੇ ਐਗਜ਼ਾਮਪਲ ਦਿੱਤੇ ਨੇ ਕਿਸ ਤਰ੍ਹਾਂ ਭਗਤਾਂ ਦੇ ਅੰਦਰ ਵਿਸ਼ਰਾਮ ਹੈਗਾ ਸੀ ਤੇ ਕਿਸ ਤਰ੍ਹਾਂ ਉਹ ਉਹਦੇ ਹੀ ਰੂਪ ਹੋ ਗਏ, ਉਹਦੇ 'ਚ ਹੀ ਮਿਲ ਗਏ। कबीर ऐसी होए परी मन को पावत कीन, मरने ते क्या डर पना जब हाथ सिंधौरा ली। वो उदे ची मिल गए। राम कबीरा एक पे हैं, कोई न सके पछाने। जिन्हों ने नानक गुरमुख ऐसा जाने, पूरे माए समाए। जिन्हें भगत कबीर जी, ये सारे भगत जड़े ने वो उदे ची मर्ज कर गए। इस करके इत्थे ये समझाते पे ने, पूरा प्रभारा दिया, पूरा जाका नाम, नानक पूरा पाया, पूरे के गुण गाओ। ਹੁਣ ਗੁਣਗਾਨ ਜਿਹੜੇ ਹੈਗੇ ਨਾ, ਗੁਣ ਅਸੀਂ ਆਪਣੇ ਆਪ ਤੋਂ ਗੁਣ ਨਹੀਂ ਗਾਣੇ, ਗੁਣ ਗੁਰਬਾਣੀ ਤੋਂ ਜਾਣ ਗਾਣੇ ਨੇ। ਬਾਰੰਬਾਰ ਬਾਰ ਪ੍ਰਭ ਜਪੀ ਹੈ, ਪੀ ਅੰਮ੍ਰਿਤ ਇਹ ਮਨ ਤਨ ਤਰਪੀ। ਸੁਖਮਨੀ ਸਾਹਿਬ ਜੀ ਦੱਸਿਆ, ਬਾਰੰਬਾਰ ਗੁਰਬਾਣੀ ਦੀ ਰਾਹੀਂ ਅਸੀਂ ਉਹਦੇ ਗੁਣ ਗਾਣੇ ਨੇ। ਆਪਣੇ ਆਪ ਤੋਂ ਜੇ ਅਸੀਂ ਗੁਣ ਗਾਵਾਂਗੇ ਤੇ ਕਈ ਵਾਰੀ ਉਸਤਤ ਨਹੀਂ ਹੋਏਗੀ, ਨਿੰਦਾ ਹੋ ਜਾਏਗੀ। ਕਿਸ ਤਰ੍ਹਾਂ ਪਤਾ ਲੱਗਦਾ ਸਾਨੂੰ? ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਨੇ, ਤੂੰ ਸੁਲਤਾਨ ਕਹਾਂ ਹੋ ਮੀਆਂ,
ਤੇਰੀ ਕਮਨ ਵਡਾਈ। ਜਦੋਂ ਅਸੀਂ ਆਪਣੇ ਬੋਲਾਂ ਨਾ ਬੋਲਾਂਗੇ ਨਾ, ਤੁਸੀਂ ਸੁਲਤਾਨ ਵਰਗੇ, ਯੂ ਆਰ ਦੀ ਕਿੰਗ ਆਫ ਕਿੰਗਸ। ਤੂੰ ਸੁਲਤਾਨ ਕਹਾਂ ਹੋ ਮੀਆਂ, ਅਸੀਂ ਉਹਨਾਂ ਨੂੰ ਮੀਆਂ ਜੀ ਕਹੀ ਜਾਵਾਂਗੇ, ਵਿਚ ਇਜ਼ ਅ ਸਮਾਲ ਪੋਸਟ। ਪਰ ਗੁਰੂ ਨਾਨਕ ਦੇਵ ਜੀ ਨੇ ਉਸ ਵਾਹਿਗੁਰੂ ਨੂੰ ਦੇਖਿਆ, ਜਪਜੀ ਸਾਹਿਬ 'ਚ ਉਹਨੂੰ ਡਿਸਕ੍ਰਾਈਬ ਕੀਤਾ। ਇਸ ਕਰਕੇ ਜਦੋਂ ਵੀ ਅਸੀਂ ਗੁਣ ਗਾਣੇ ਨੇ, ਗੁਰਬਾਣੀ ਦੀ ਰਾਹੀਂ ਗਾਣੇ ਨੇ। ਪੂਰਾ ਪ੍ਰਭਾ ਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗੁਣ ਗਾਣੇ ਨੇ ਕਿਸ ਤਰ੍ਹਾਂ? ਗੁਰਬਾਣੀ ਦੀ ਰਾਹੀਂ। ਸਾਨੂੰ 1430 ਅੰਗ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹਦੇ ਰਾਹੀਂ ਅਸੀਂ ਗੁਣ ਗਾਣੇ ਨੇ। ਹੁਣ ਅਸ਼ਪਦੀ ਸ਼ੁਰੂ ਦੀ ਪਹਿਲੇ ਬੰਚ ਕਹਿੰਦੇ ਨੇ, ਪੂਰੇ ਗੁਰ ਕਾ ਸੁਣ ਉਪਦੇਸ਼। ਕਹਿੰਦੇ ਨੇ ਉਪਦੇਸ਼ ਨੂੰ ਸੁਣ। ਉਪਦੇਸ਼ ਕੀ ਹੈਗਾ? ਗੁਰੂ ਦਾ, ਗੁਰੂ ਦੇ ਵਿਚਾਰ ਬਾਣੀ। ਇਹਦੇ ਵਾਸਤੇ ਨਾ ਮੈਨੂੰ ਬੜਾ ਚੰਗਾ ਲੱਗਦਾ ਗੁਰੂ ਰਾਮਦਾਸ ਜੀ ਨੇ ਇਨ ਫੈਕਟ ਇਹ ਇੱਕ ਸਾਡੇ ਸਾਰੇ ਸਿੱਖਾਂ ਵਾਸਤੇ ਇੱਕ ਡੇਲੀ ਰੂਟੀਨ ਦੱਸਿਆ, ਜਿਹਦੇ 'ਚ ਉਪਦੇਸ਼ ਹੈਗਾ। ਆਪ ਸਾਰੇ ਜਾਣਦੇ, ਸੋਰਠ ਕੀ ਵਾਰ ਦੇ ਵਿੱਚ ਆਉਂਦਾ ਹੈ। ਗੁਰੂ ਰਾਮਦਾਸ ਜੀ ਦਾ ਸ਼ਲੋਕ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਪਲਕੇ ਉਠਰ ਨਾਮ ਧਿਆਵੇ, ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਬਿਕ ਪਾਪ ਦੋਖ ਲੈ ਜਾਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਪੂਰੇ ਗੁਰ ਕਾ ਸੁਣ ਉਪਦੇਸ਼। ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਜਿਹਦੇ ਤੇ ਦਿਆਲ ਹੁੰਦਾ ਉਹਨੂੰ ਉਪਦੇਸ਼ ਸੁਣਾਉਂਦਾ ਹੈ। ਪੂਰੇ ਗੁਰ ਕਾ ਸੁਣ ਉਪਦੇਸ਼। ਕਿਉਂਕਿ ਸੁਣਨ ਨਾਲ ਤਾਂ ਸਾਰੀ ਗੱਲ ਬਣ ਜਾਣੀ ਹੈ। ਸੁਣੀਏ ਸਿੱਧ ਪੀਰ ਸੁਨਾ, ਸੁਣੇ ਧਰਤ ਵਲਕਾ। 4 ਪੌੜੀਆਂ ਜਪਜੀ ਸਾਹਿਬ ਦਸੀਆਂ ਨੇ। ਪੂਰੇ ਗੁਰ ਕਾ ਸੁਣ ਉਪਦੇਸ਼। ਜਿਸ ਨੂੰ ਦਇਆਲ ਹੋਏ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਗੁਰਸਿੱਖ ਕੀ। ਪਹਿਲੇ ਸਿੱਖ ਹੈਗਾ ਸੀ ਵਰਡ, ਹੁਣ ਆਇਆ ਤਾਂ ਗੁਰਸਿੱਖ ਹੋ ਗਿਆ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਹੁਣ ਸਾਡਾ ਪਰਪਸ ਐਸੇ ਰੁਕ ਨਹੀਂ ਜਾਂਦਾ, ਮੈਂ ਨਾਮ ਜਪਣਾ ਵਾ। ਗੁਰੂ ਸਾਹਿਬ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਔਰ ਸੁਖਮਨੀ ਸਾਹਿਬ 'ਚ ਆਪ ਪਹਿਲੇ ਵਿਚਾਰ ਚੁੱਕੇ ਹੋ। 19ਵੀਂ ਅਸ਼ਟਪਦੀ ਔਰ 20ਵੀਂ ਅਸ਼ਟਪਦੀ ਦੋਨਾਂ 'ਚ ਹੀ ਆਪ ਜਪੇ ਅਵਰੇ ਨਾਮ ਜਪਾਵੇ ਦੀ ਗੱਲ ਆਈ ਹੈ। ਕਿਉਂਕਿ ਇਹੀ ਸਾਡਾ ਐਜ਼ ਏ ਸਿੱਖ ਵੀ ਹੈਵ ਮਿਸ਼ਨ। ਖਾਲੀ ਅਸੀਂ ਆਪ ਨਹੀਂ ਜਪਣਾ, ਦੂਜਿਆਂ ਨੂੰ ਜਪਾਣਾ। ਪੂਰੇ ਗੁਰ ਕਾ ਸੁਣ ਉਪਦੇਸ਼ ਕੀ, ਪਾਰ ਬ੍ਰਹਮ ਨਿਕਟ ਕਰ ਪੇਖ। ਅਸੀਂ ਹੁਣ ਸੁਖਮਨੀ ਸਾਹਿਬ ਅਸੀਂ ਕਰ ਚੁੱਕੇ ਹਾਂ, 23 ਅਸ਼ਟਪਦੀਆਂ ਕਰ ਚੁੱਕੇ ਹਾਂ। 9ਵੀਂ ਅਸ਼ਟਪਦੀ ਸਾਹਿਬ ਜਿਹਨੂੰ ਯਾਦ ਹੋਏਗਾ, ਅਸੀਂ ਪੜ੍ਹਿਆ ਸੀ, ਸਦਾ ਨਿਕਟ ਹਰ ਜਾਨ, ਸੋ ਦਾਸ ਦਰ ਗਏ ਪਰਵਾਨ। ਇਹ 9ਵੀਂ ਅਸ਼ਟਪਦੀ ਦੇ 6ਵਾਂ ਪੰਥ ਸੀ। ਤੇ ਗੁਰੂ ਸਾਹਿਬ ਕਹਿੰਦੇ ਨੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਵਿਦ ਐਵਰੀ ਬ੍ਰੈਥ, ਸਾਸ ਸਾਸ ਸਿਮਰੋ ਗੋਬਿੰਦ। ਕਿਉਂਕਿ ਵਿਦ ਐਵਰੀ ਬ੍ਰੈਥ ਅਸੀਂ ਉਹਨੂੰ ਯਾਦ ਕਰਨਾ ਹੈ। ਕਿਉਂਕਿ ਸਵਾਸ ਜਿਹੜੇ ਚੱਲ ਰਹੇ ਨੇ ਉਹਦੀ ਕਿਰਪਾ ਨਾਲ ਚੱਲ ਰਹੇ ਨੇ। ਅਸੀਂ ਸਵਾਸ ਆਪ ਨਹੀਂ ਲੈ ਰਹੇ। ਜੇ ਸਾਡੇ ਹੱਥ ਹੁੰਦਾ, ਜੇ ਅਸੀਂ ਸੌਂ ਜਾਂਦੇ ਹਾਂ, ਹਾਰਟ ਬੀਟਿੰਗ ਕੁਡ ਸਟਾਪ।
पर ये चीज़ उन्हें अपने हाथ च रखी है। सहज दे विच we are not doing the heart beating, it is happening। ਤੇ ਕਹਿੰਦੇ ਨੇ with every breath we need to thank him। ਅਸੀਂ ਹੁਣ ਕਈ ਵਾਰ ਕਹਿ ਦਿਆਂਗੇ ਕਿ ਅਸੀਂ ਤਾਂ ਬਹੁਤ ਬਿਜ਼ੀ, ਅਸੀਂ ਨਹੀਂ ਕਰ ਸਕਦੇ, ਪਰ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿਸ ਤਰ੍ਹਾਂ ਸਾਥ ਸਿਮਰੋ ਗੋਬਿੰਦ ਕਰ ਸਕਦੇ ਹਾਂ। with every breath, ਜਦੋਂ when you're walking, ਜੇ ਅਸੀਂ ਸਨਰਾਈਜ਼ ਦੇਖ ਰਹੇ ਹਾਂ, ਵਾਕਿੰਗ ਕਰਦੇ, ਸਨਸੈਟ ਦੇਖ ਰਹੇ ਹਾਂ, ਉਸ ਵੇਲੇ ਉਹਦੇ ਸਾਥ ਸਿਮਰੋ ਗੋਬਿੰਦ ਕਿਸ ਤਰ੍ਹਾਂ ਹੋ ਸਕਦਾ ਹੈ। ਯਾਦ ਆ ਜਾਏ ਗੁਰਬਾਣੀ ਤੋਂ, ਉਹਦੇ ਗੁਣ ਗਾਉਂਦੇ ਆ, ਆ ਜਾਵੇ ਯਾਦ ਭਗਤ ਕਬੀਰ ਜੀ ਦੀ, ਚੱਚਾ ਰਚਤ ਚਿਤ ਰਹਿ ਪਾਰੀ, ਤਜ ਚਿਤਰੇ ਚੇਤੋ ਚਿਤਕਾਰੀ, ਚਿੱਤਰ ਬਚਿਤਰ ਹੈ ਅਵਚੇਰਾ, ਤਜ ਚਿਤਰੇ ਚਿਤ ਰਾਖ ਚਿਤੇਰਾ। ਇਹ ਸਨਰਾਈਜ਼ ਜਿਹੜਾ ਹੈਗਾ ਸੋ ਬਿਊਟੀਫੁਲ, ਬਟ go beyond that. Who created the sunrise? Who created the sun? ਤੇ ਜਿੰਨੇ ਕ੍ਰੀਏਟ ਕੀਤਾ ਉਹ ਕਿੰਨਾ ਸੋਹਣਾ ਹੋਏਗਾ। ਹੁਣ ਕੀ ਹੋਇਆ, what happened here? ਸਾਥ ਸਿਮਰੋ ਗੋਬਿੰਦ ਹੋ ਗਿਆ। ਇਸ ਤਰੀਕੇ ਨਾਲ ਅਸੀਂ ਹਰੇਕ ਸਵਾਸ ਦੇ ਨਾਲ ਜਿਹੜੀ ਚੀਜ਼ ਹੈਗੀ ਹੈ ਉਹਦੇ 'ਚ ਗੁਰੂ ਨੂੰ ਆਪਣੇ ਨਾਲ ਲਿਆ ਕੇ ਅਸੀਂ ਸਾਥ ਸਿਮਰੋ ਗੋਬਿੰਦ, ਉਹਦੇ ਨਾਲ ਕੀ ਹੋਏਗਾ, ਮਨ ਅੰਤਰ ਕੀ ਉਤਰੈ ਚਿੰਦ। ਇਹ ਜਿਹੜੀਆਂ ਚਿੰਤਾਵਾਂ ਨੇ, ਸਟ੍ਰੈਸ ਵਿਚ ਹੈਜ਼ ਸਪੋਇਲਡ ਅਵਰ ਲਾਈਫ, ਮਨ ਅੰਤਰ ਕੀ, ਇਹ ਸਟ੍ਰੈਸ ਕਿੱਥੇ, ਮਨ ਨੂੰ ਲੱਗਾ। ਮਨ ਅੰਤਰ ਕੀ, ਮਨ ਦੇ ਅੰਦਰ ਉਤਰੇ ਚਿੰਦ, ਚਿੰਤਾ, ਸਟ੍ਰੈਸ। ਇਹ ਜਿਹੜਾ ਗਿਆ ਤੇਰੇ ਸਾਰੇ ਸਟ੍ਰੈਸ ਵਿਲ ਬੀ ਵਾਈਪਡ ਆਊਟ। ਫਿਰ ਕਹਿੰਦੇ ਨੇ ਆਸ ਅਨਿਤ ਤਿਆਗੋ ਤਰੰਗ। ਆਸ ਅਨਿਤ, ਅਨਿਤ ਬੜਾ ਪਿਆਰਾ ਅੱਖਰ ਹੈ। ਨਿਤ ਮੀਨਸ ਐਵਰੀ ਡੇ, ਅਨਿਤ ਮੀਨਸ ਜਿਹੜਾ ਐਵਰੀ ਡੇ ਨਹੀਂ ਰਹਿੰਦਾ। ਆਸਾਂ ਸਾਡੀਆਂ ਅਨਿਤ, ਕੀ ਮਤਲਬ, ਇਹ ਆਸਾਂ ਰੋਜ਼ ਨਹੀਂ ਰਹਿੰਦੀਆਂ। ਕਿਹੜੀ, ਅਸੀਂ ਸਾਰਿਆਂ ਨਾਲੋਂ ਵੱਡੀ ਆਸ ਆਪਣੇ ਸਰੀਰ ਤੇ ਲਾਈ ਹੈ। ਨਿਤ ਉਹ ਸੇਮ ਨਹੀਂ ਰਹਿੰਦਾ। ਪਹਿਲੇ ਬਚਪਨ ਸੀ, ਜਵਾਨੀ ਆਈ, ਹੁਣ ਕਈ ਬੁਢਾਪੇ 'ਚ ਨੇ। ਉਹੀ ਸਰੀਰ ਕੀਪ ਚੇਂਜਿੰਗ, ਪਰ ਸਾਡੀ ਆਸਾਂ ਸਾਰੀਆਂ ਉਸੇ ਸਰੀਰ ਤੇ ਨੇ। ਸੁਣ ਪੂਰੇ ਗੁਰੂ ਕਾ ਸੁਣ ਉਪਦੇਸ਼ ਐਵੇਂ ਉਹ ਕਹਿੰਦੇ ਨੇ ਆਸ ਅਨਿਤ। ਦਸਮ ਪਾਤਸ਼ਾਹ ਆਪਣੀ ਬਾਣੀ 'ਚ ਕਹਿੰਦੇ ਨੇ, ਇਹਨੂੰ ਹੋਰ ਕਲੈਰੀਫਾਈ ਕਰਦੇ ਨੇ, ਦੇਹ ਅਨਿਤ। ਦੇਹ ਜਿਹੜੀ ਹੈਗੀ, ਇਹ ਸਰੀਰ ਜਿਹੜਾ ਇਹ ਅਨਿਤ ਹੈਗਾ। ਆਸ ਅਨਿਤ, ਇਹਨੂੰ ਸਬਸਟੀਟਿਊਟ ਤੇ ਕਰ ਸਕਦੇ ਹਾਂ। ਦੇਹ ਅਨਿਤ ਨਾ ਨਿਤ ਰਹੇ, ਜਸ ਨਾਵ ਚੜੇ ਭਵ ਸਾਗਰ ਪਾਰੇ। ਜੇ ਨਹੀਂ ਰਹਿਣੀ ਤੇ ਕੀ ਕਰੀਏ, ਦੇਹ ਅਨਿਤ ਨਾ ਨਿਤ ਰਹੇ। ਦਸਮ ਪਾਤਸ਼ਾਹ ਕਹਿੰਦੇ ਨੇ ਦੇਹ ਅਨਿਤ ਨਾ ਨਿਤ ਰਹੇ, ਜਸ ਨਾਵ ਚੜੇ। ਜਸ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਥ ਸਿਮਰੋ ਗੋਬਿੰਦ। ਇਹ ਵੇ ਜਸ ਨਾਵ, ਉਹਦਾ ਜਸ ਕਰੀ ਜਾਣਾ। ਜਸ ਰੂਪੀ ਨਾਵ ਦੇ ਉੱਤੇ ਚੜ੍ਹ ਕੇ ਸਿਮਰੋ ਗੋਬਿੰਦ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂੜ ਮਨ ਮੰਗ। ਸਾਧ ਸੰਗਤ, ਸੰਤ ਜਨਾ ਕੀ ਮਤਲਬ ਕਿ ਸਾਧ ਸੰਗਤ ਕੀ ਧੂੜ ਮਨ ਮੰਗ, ਉਹਦੀ ਸੰਗਤ ਮੰਗਣੀ ਹੈ। ਨਾਨਕ ਦਾਸ ਇਹ ਸੁਖ ਮੰਗੇ, ਮੋਕੋ ਕਰ ਸੰਤਨ ਕੀ ਧੂਰ। ਸਾਧ ਸੰਗਤ ਦੀ ਧੂੜ। ਆਪ ਛੋੜ ਬੇਨਤੀ ਕਰੋ। ਇਹ ਆਪਾ ਭਾਵ ਜਿਹੜਾ ਹੈਗਾ ਇਹਨੂੰ ਹੀ ਛੱਡਣਾ ਹੈਗਾ। ਆਪ ਛੋੜ ਜਦੋਂ ਆਪਾ ਛੱਡ ਦਿੱਤਾ ਤਦੇ ਹੀ ਬੇਨਤੀ ਹੁੰਦੀ ਹੈਗੀ ਹੈ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਸਾਧ ਸੰਗਤ ਗੱਗੇ ਨੂੰ ਸਿਆਰੀ ਹੈ, ਇਹਦਾ ਮਤਲਬ ਸਾਧ ਸੰਗਤ ਦੇ ਰਾਹੀਂ ਅਗਨ, ਅਗਨ ਨੰਨੇ ਨੂੰ ਸਿਆਰੀ ਦਾ ਮਤਲਬ ਅਗਨ ਬਹੁਵਚਨ ਹੈਗਾ। ਇਹਦਾ ਮਤਲਬ ਪਲੂਰਲ ਹੈਗਾ, ਇੱਕ ਤਰੀਕੇ ਦੇ ਅਗਨ ਨਹੀਂ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ।
ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ। ਇਹ ਕਈ ਤਰੀਕੇ ਦੀਆਂ ਅਗਨੀਆਂ ਸਾਡੇ ਅੰਦਰ ਵਗ ਰਹੀਆਂ ਨੇ। ਕਹਿੰਦੇ ਸਾਧ ਸੰਗ ਅਗਨ ਸਾਗਰ ਤਰੋ। ਇਹ ਅੰਦਰ ਸਾਡੇ ਅੰਦਰ ਇਹ ਅਗਨੀਆਂ ਬਲ ਰਹੀਆਂ ਨੇ, ਜਿਹੜੇ ਸਾਡੇ ਗੁਣ ਜਿਹੜੇ ਨੇ ਉਹ ਸਾਰੇ ਲੁੱਟੀ ਜਾ ਰਹੇ ਨੇ। ਹਰ ਧਨ ਕੇ ਭਰ ਲਿਓ ਭੰਡਾਰ। ਇਹ ਹਰੀ ਦਾ ਨਾਮ ਦਾ ਧਨ, ਇਹ ਇੱਕ ਧਨ ਹੈਗਾ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਤਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ। ਗੁਰੂ ਤੇਗ ਬਹਾਦਰ ਜੀ। ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਉਸ ਪੂਰੇ ਗੁਰੂ ਦੀ ਹੀ ਗੱਲ ਹੋ ਰਹੀ ਹੈ। ਉਸ ਪੂਰੇ ਗੁਰੂ ਨੂੰ ਮੈਂ ਨਮਸਕਾਰ ਕਰਨਾ ਵਾ। ਨਾਨਕ ਗੁਰ ਪੂਰੇ, ਉਹ ਪੂਰਾ ਜਿਹਨੂੰ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਫਿਰ ਦੂਸਰੇ ਬੰਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ। ਖੇਮ ਕੁਸ਼ਲ ਸਹਿਜ ਆਨੰਦ, ਹੈਪੀਨੈਸ, ਖੇਮ ਕੁਸ਼ਲ ਸਾਰੀ ਪੀਸ, ਸਹਿਜ ਆਨੰਦ। ਇਹ ਸਹਿਜ ਜਿਹੜਾ ਇਟ ਇਜ਼ ਹੈਪਨਿੰਗ, ਆਨੰਦ ਜਿਸ ਤਰ੍ਹਾਂ ਸਾਡੀ ਹਾਰਟ ਬੀਟ ਜਿਹੜੀ ਹੈਗੀ ਹੈ, ਵੀ ਆਰ ਨਾਟ ਡੂਇੰਗ ਇਟ, ਇਟ ਇਜ਼ ਹੈਪਨਿੰਗ। ਤੇ ਕਹਿੰਦੇ ਪਏ ਨੇ ਕਿ ਇੱਥੇ ਖੇਮ, ਜਦੋਂ ਅਸੀਂ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਿਹਨੇ ਇਹ ਪੂਰੇ ਨੂੰ ਪਾ ਲਿਆ, ਜਿਹਦੇ ਅੰਦਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਜਦੋਂ ਵਸ ਗਿਆ, ਵਾਪਸ ਬਾਰ-ਬਾਰ ਅਸੀਂ ਸੁਖਮਨੀ ਦੀ ਜਿਹੜੀ ਰਹਾਉਤ ਹੋ ਕੇ ਉਹਨੂੰ ਲੈ ਕੇ ਨਾਲ ਚੱਲਣਾ। ਕਹਿੰਦੇ ਨੇ ਜਦੋਂ ਹਿਰਦੇ ਦੇ ਨਾਮ ਵਸ ਗਿਆ, ਉਦੋਂ ਖੇਮ ਕੁਸ਼ਲ ਸਹਿਜ ਆਨੰਦ। ਇਟ ਯੂ ਵਿਲ ਸੀ ਆਨੰਦ। ਆਨੰਦ ਕੀ ਹੈਗਾ? ਇਟਸ ਅ ਬਲਿਸ। ਇਟ ਇਜ਼ ਜਿਹੜਾ ਕਿ ਸੁਖ ਔਰ ਦੁੱਖ ਦੋਨੋਂ ਤੋਂ ਉੱਪਰ ਹੈਗਾ, ਆਨੰਦ। ਔਰ ਐਸੇ ਸਾਡਾ ਦਿਸ ਇਜ਼ ਵਨ ਆਫ ਦ ਗੋਲ ਐਂਡ ਦੈਟਸ ਅ ਰੀਜ਼ਨ ਹਰੇਕ ਦੀਵਾਨ ਦੇ ਸੰਪੂਰਨਤਾ 'ਤੇ ਅਸੀਂ ਆਨੰਦ ਸਾਹਿਬ ਦਾ ਪਾਠ ਕਰਨੇ ਆ, ਕਿਉਂਕਿ ਸਾਡਾ ਆਬਜੈਕਟਿਵ ਹੈ ਭਾਈ ਪ੍ਰਾਪਤ ਮਾਨੁਖ ਦੇਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਆਨੰਦ ਜਿਹੜਾ ਹੈਗਾ, ਇਹ ਸਾਡੀ ਮੰਜ਼ਿਲ ਹੈ, ਇਹ ਸਾਡਾ ਗੋਲ ਹੈਗਾ, ਐਂਡ ਦੈਟਸ ਵੇਅਰ ਵੀ ਵਾਂਟ ਟੂ ਰੀਚ। ਕਹਿੰਦੇ ਨੇ ਖੇਮ ਕੁਸ਼ਲ ਸਹਿਜ ਆਨੰਦ। you will feel that you don't have to make an effort for this. ਇਹ ਹੈਪੀਨੈਸ ਵਾਸਤੇ, ਇਹ ਪੀਸ ਵਾਸਤੇ, ਇਹ ਸਾਨੂੰ ਐਫਰਟ ਨਹੀਂ ਕਰਨਾ ਪੈਣਾ। It will be all happening. ਗੁਰੂ ਅਰਜਨ ਦੇਵ ਜੀ ਨੇ ਕਹਿਤਾ ਨਾ, ਤਤੀ ਤਵੀ ਤੇ ਵੀ ਬੈਠੇ ਹੋਏ, ਉਹਨਾਂ ਨੇ ਕਹਿਤਾ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਕਿਉਂਕਿ ਇਹ ਫਿਰ ਸਹਿਜ ਦੇ ਵਿੱਚ ਚੱਲ ਰਿਹਾ ਹੈ। ਇਟ ਇਜ਼ ਆਲ ਹੈਪਨਿੰਗ ਦ ਸੇਮ ਵੇ ਐਜ਼ ਹਾਰਟ ਬੀਟ ਇਜ਼ ਹੈਪਨਿੰਗ। ਤੇ ਇਹ ਕਿਸ ਤਰ੍ਹਾਂ ਹੋਇਆ? ਸਾਧ ਸੰਗ ਭਜ ਪਰਮਾਨੰਦ। ਇੱਥੇ ਵੀ ਗੱਗੇ ਨੂੰ ਸਿਆਰੀ ਹੈ, ਸਾਧ ਸੰਗਤ ਦੇ ਵਿੱਚ ਭਜ ਪਰਮਾਨੰਦ। ਪਰਮਾਨੰਦ ਵਾਹਿਗੁਰੂ, ਉਹ ਪਰਮ ਆਨੰਦ ਹੈ ਜਿਹਦੇ ਅੰਦਰ ਆਨੰਦ ਹੀ ਆਨੰਦ ਹੈਗਾ। ਉਸ ਪਰਮ ਆਨੰਦ ਨੂੰ ਉਹਨੂੰ ਭਜਣਾ, ਉਹਨੂੰ ਉਹਦਾ ਸਿਮਰਨ ਕਰਨਾ, ਉਹਨੂੰ ਜਪਣਾ ਸਾਧ ਸੰਗਤ ਦੇ। ਕਿਉਂਕਿ ਆਪਣੇ ਆਪ ਤੋਂ ਅਸੀਂ ਹਉਮੈ ਆ ਜਾਂਦੀ ਹੈ। ਆਪ ਤਿਆਗਣ ਵਾਸਤੇ ਸਾਨੂੰ ਸਾਧ ਸੰਗਤ ਜਾਣਾ ਪੈਂਦਾ ਹੈ। ਕਿਉਂਕਿ ਜਦੋਂ ਅਸੀਂ ਘਰ ਬੈਠ ਕੇ ਨਾਮ ਜਪਨੇ ਹਾਂ, ਲੱਗਦਾ ਕਿ ਮੈਂ ਬੜਾ ਉੱਚੀ ਪੁਜੀਸ਼ਨ 'ਤੇ ਪਹੁੰਚ ਗਿਆ। ਜਦੋਂ ਸਾਧ ਸੰਗਤ 'ਚ ਜਾਵਾਂਗੇ, ਜੇ ਅੰਮ੍ਰਿਤ ਵੇਲੇ ਸੁੱਟਨੇ ਆ, ਉਹਦੇ ਸਾਧ ਸੰਗਤ 'ਚ ਆ ਕੇ ਪਤਾ ਲੱਗੇਗਾ ਕਿ ਸਾਡੇ ਨਾਲੋਂ ਵੀ ਪਹਿਲੇ ਉੱਠਣ ਵਾਲੇ ਬਹੁਤ ਨੇ, ਸਾਡੇ ਨਾਲੋਂ ਅੱਗੇ ਬਹੁਤ ਹੈਗੇ ਨੇ। ਅਤੇ ਹੌਲੀ ਹੌਲੀ ਇਹ ਹਉਮੈ ਜਿਹੜੀ ਹੈਗੀ ਹੈ, ਇਹ ਡਿੱਗੇਗੀ। ਔਰ ਉਸੇ ਨੂੰ ਹੀ ਆਪ ਛੋੜ ਬੇਨਤੀ ਕਰੋ, ਜਾਂ ਹੁਣੇ ਅਸੀਂ ਪੜ੍ਹਿਆ, ਆਪਾ ਛੱਡਣਾ, ਆਪਾਪਨ, ਹੂ ਆਈ ਐਮ, ਇਹਨੂੰ ਸਮਝਣਾ ਹੈਗਾ। ਮੈਂ ਕੌਣ ਹਾਂ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਨੂੰ ਪਛਾਣਨਾ। ਅਸੀਂ ਆਪਣੀ ਹੋਂਦ ਅਲੱਗ ਬਣਾ ਲਈਏ ਵਾਹਿਗੁਰੂ ਨਾਲ। ਤੇ ਕਹਿੰਦੇ ਨਰਕ ਨਿਵਾਰ ਉਧਾਰੋ ਜੀਓ। ਇਹ ਨਰਕ ਕੀ ਹੈਗਾ? ਵਾਹਿਗੁਰੂ ਤੇਰੇ ਤੋਂ ਅਲੱਗ ਹੋਣਾ। ਸਾਧ ਕੇ ਸੰਗ ਕਲੂ ਖਤਾਰਾ।
ਸਾਧ ਕੇ ਸੰਗ ਨਰਕ ਪਰ ਹਰੈ। ਅਸੀਂ ਕੀਤੀ ਹੈ ਨਾ 7ਵੀਂ ਅਸ਼ਟਪਦੀ ਸਾਧ ਸੰਗਤ ਦੀ, ਉਹਦੇ 6ਵੇਂ ਬੰਦ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਸਾਧ ਕੇ ਸੰਗ ਕਲੂ ਖਤਰੇ, ਸਾਧ ਕੇ ਸੰਗ ਨਰਕ ਪਰ ਹਰੈ। ਨਰਕ ਇਹ ਜੀਵਨ ਹੀ ਨਰਕ ਬਣ ਜਾਂਦਾ ਹੈ। ਨਰਕ ਕੀ ਹੈਗਾ? ਤੇਰੇ ਤੋਂ ਦੂਰ ਹੋਣਾ, ਦੁੱਖ ਵਿਛੋੜਾ। ਇਹ ਵਿਛੋੜਾ ਜਿਹੜਾ ਹੈਗਾ ਇਹੀ ਨਰਕ ਹੈਗਾ। ਕਹਿੰਦੇ ਨਰਕ ਉਧਾਰ, ਨਰਕ ਨਿਵਾਰ, ਨਰਕ ਨੂੰ ਦੂਰ ਕਰਦਾ, ਉਧਾਰੋ ਜੀਓ। ਇਹ ਨਰਕ ਜਿਹੜਾ ਹੈਗਾ ਤੇਰੇ ਤਾਂ ਦੂੜੀ ਜਿਹੜੀ ਹੈਗੀ ਹੈ ਉਹ ਮੁਕਾ ਦਿੰਦਾ ਹੈਗਾ। ਤੇ ਫਿਰ ਕਹਿੰਦੇ ਨੇ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਇਹ ਵਾਹਿਗੁਰੂ ਦੇ ਗੁਣ ਜਿਹੜੇ ਨੇ, ਗੁਣ ਕੀ ਨੇ? ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ। ਭਾਈ ਗੁਰਦਾਸ ਨੇ ਬੜੇ ਕਮਾਲ ਦੀ ਦੇ ਕੇ ਨੇ ਮੈਂ ਇਹਦੇ ਦੇ ਐਗਜ਼ਾਮਪਲ ਦਿੱਤੀ ਹੈਗੀ ਹੈ। ਕਹਿੰਦੇ ਨੇ ਵਾਹਿਗੁਰੂ ਗੁਰੂ ਮੰਤਰ ਲੈ, ਪਿਰਮ ਪਿਆਲਾ ਚੁੱਪ ਚਬੋਲਾ। ਕਹਿੰਦੇ ਮੈਂ ਆਪਣੇ ਗੁਰੂ ਕੋਲੋਂ ਵਾਹਿਗੁਰੂ ਗੁਰੂ ਮੰਤਰ ਲਿੱਤਾ, ਉਹਨੇ ਮੈਨੂੰ ਸਿਖਾਤਾ। ਸਾਧੂ ਸੰਗ ਸਿਖਾਇਓ ਨਾਮ, ਉਹਨੇ ਸਿਖਾਤਾ। ਹੁਣ ਇੰਝ ਲੱਗਦਾ ਹੈ ਕਿ ਮੇਰੇ ਲੱਭਾਂ ਦੇ ਨਾਲ ਵਿਦ ਲਿਪਸ ਆਈ ਹੈਵ ਐਨ ਇਨਵਿਜ਼ੀਬਲ ਕੱਪ ਐਂਡ ਦੈਟ ਇਜ਼ ਫਿਲਡ ਵਿਦ ਗੁਰੂ ਦੇ ਨਾਮ ਰਸ ਨਾਲ। ਤੇ ਵੈਨ ਆਮ ਇਨ ਸੰਗਤ, ਵਾਕਿੰਗ, ਟਾਕਿੰਗ and at my daily routine, ਮੇਰੇ ਲੱਭਾਂ ਦੇ ਨਾਲ ਉਹ ਕੱਪ ਲੱਗਾ, ਉਹ ਚੁੱਪ ਚੁੱਪੀ ਤੇ ਮੈਂ ਪੀਂਦਾ ਰਹਿਣਾ ਵਾ। ਵਾਹਿਗੁਰੂ ਗੁਰੂ ਮੰਤਰ ਲੈ, ਪਿਰਮ ਪਿਆਲਾ, ਪਿਆਰ ਦਾ ਪਿਆਲਾ, ਪਿਰਮ ਪਿਆਲਾ ਚੁੱਪ ਚਬੋਲਾ। ਮੈਂ ਚੁੱਪ ਚਾਪ ਹੀ, ਕਿਸੇ ਨੂੰ ਪਤਾ ਨਹੀਂ ਲੱਗਦਾ, ਪੀਂਦਾ ਰਹਿਣਾ ਵਾ। ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਉਹ ਕੱਪ ਜਿਹੜਾ ਅੰਮ੍ਰਿਤ ਰਸ ਨਾਲ ਭਰਿਆ ਪਿਆ। ਕਹਿੰਦੇ ਨੇ ਚਿਤ ਵੋ ਨਾਰਾਇਣ ਏਕ। ਕਹਿੰਦੇ ਨੇ ਆਪਣੀ ਕੌਨਸ਼ੀਅਸਨੈਸ ਨੂੰ ਫੋਕਸ ਕਰ ਰਹੀ ਹੈ ਇੱਕ ਦਿਨ, ਕਿਉਂਕਿ ਨਾਨਕ ਕੇ ਘਰ ਕੇਵਲ ਨਾਮ। ਚਿਤ ਵੋ ਨਾਰਾਇਣ ਏਕ, ਕਿਉਂਕਿ ਨਾਨਕ ਕੇ ਘਰ ਕੇਵਲ ਨਾਮ। ਚਿੱਤ ਦੇ ਵਿੱਚ ਸਾਡੇ ਹੋਰ ਆਉਂਦੇ ਰਹਿੰਦੇ ਨੇ। ਏਕ ਰੂਪ ਜਾ ਕੇ ਰੰਗ ਅਨੇਕ। ਉਹ ਇੱਕੋ ਹੀ ਰੂਪ ਹੈਗਾ, ਅਨੇਕ ਰੂਪਾਂ 'ਚ ਸਾਡੇ ਸਾਹਮਣੇ ਹੈਗਾ। ਅਸੀਂ ਦੇਖੀਏ ਕਿ ਉਹ ਵਾਹਿਗੁਰੂ ਆਪ ਹੀ ਅਨਕ ਰੂਪਾਂ ਦੇ ਵਿੱਚ ਆਉਂਦਾ। ਭਗਤ ਕਬੀਰ ਜੀ ਜਗ੍ਹਾ ਕਹਿੰਦੇ ਨੇ, ਕਬੀਰ ਆਈ ਮੁਝੇ ਪੇ ਅਨਕ ਕਰੇ ਕਰ ਪੇਸ, ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ਼। ਇਹ ਮਾਇਆ ਵੀ ਅਲੱਗ ਰੂਪਾਂ 'ਚ ਆਉਂਦੀ ਹੈ, ਸਾਨੂੰ ਭਰਮਾਉਂਦੀ ਹੈ, ਪਰ ਕਹਿੰਦੇ ਨੇ ਮੈਂ ਇੱਕ ਨਾਲ ਜੁੜਿਆ ਰਿਹਾ ਵਾਂ। ਚਿਤ ਵੋ ਨਾਰਾਇਣ ਏਕ, ਹਮ ਰਾਖੇ ਗੁਰ ਆਪਨੇ। ਭਗਤ ਕਬੀਰ ਜੀ ਕਹਿੰਦੇ ਨੇ, ਜਿਨ੍ਹਾਂ ਦੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਕਬੀਰ ਜੀ ਕਹਿੰਦੇ ਨੇ, ਮੇਰੇ ਅੰਦਰ ਅਲੱਗ ਅਲੱਗ ਰੂਪ ਬਣਾ ਕੇ ਮਾਇਆ ਆਈ, ਹਮ ਰਾਖੇ ਗੁਰ ਆਪਨੇ। ਮੇਰੇ ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ ਬਚਾ ਲਿਆ। ਉਹਨੇ ਹਰ ਇੱਕ ਸਟੈਪ 'ਤੇ ਮੈਨੂੰ ਦੱਸ ਦਿੱਤਾ ਇਹ ਮਾਇਆ ਦਾ ਰੂਪ ਹੈਗਾ। ਉਸ ਰੂਪ ਦੇ ਨਾਲ ਹੀ ਜੁੜਨਾ, ਪਰ ਪਿੱਛੇ ਜਿਹੜੀ ਉਹਦਾ ਹੈਗਾ ਨਾ, ਜਿਹਨੂੰ ਸ਼ੇਰ ਬਿਰਤੀ ਕਿਹਾ ਗਿਆ। ਇੱਕ ਕੂਕਰ ਬਿਰਤੀ ਹੈ, ਇੱਕ ਸ਼ੇਰ ਬਿਰਤੀ ਹੈ। ਕੂਕਰ ਬਿਰਤੀ, ਕੂਕਰ ਕੁੱਤਾ, ਕੁੱਤੇ ਨੂੰ ਬਾਲ ਸੁੱਟੋ, ਬਾਲ ਫੜਦਾ। ਸ਼ੇਰ ਜੀ ਨੂੰ ਗੋਲੀ ਮਾਰੋ ਤੇ ਗੋਲੀ ਜਿੱਥੋਂ ਚੱਲ ਰਹੀ ਹੈ ਉਹਦੇ ਤੇ ਅਟੈਕ ਕਰਦਾ। ਸਾਡੀ ਬਿਰਤੀ ਕੂਕਰ ਬਿਰਤੀ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਉਹ ਬਾਲ ਜਿੱਥੋਂ ਸੁੱਟੀ ਗਈ ਉਧਰ ਦੌੜ ਪੈਂਦੇ ਆ। ਪਰ ਸ਼ੇਰ ਬਿਰਤੀ, ਗੁਰੂ ਸਾਹਿਬ ਨੇ ਸਾਡੀ ਸ਼ੇਰ ਬਿਰਤੀ ਬਣਾਈ ਹੈ। ਸ਼ੇਰ ਬਿਰਤੀ 'ਚ ਹੈਗਾ ਕਿੱਥੋਂ ਇਹ ਦਾਤ ਆ ਰਹੀ ਹੈ, ਉਹਦੇ ਨਾਲ ਜੁੜਨਾ। ਇਹ ਜਿਹੜਾ ਸਨਰਾਈਜ਼ ਸਨਸੈਟ ਹੋ ਰਿਹਾ, ਉਹਨੂੰ ਦੇਖ ਕੇ ਇਹਨੂੰ ਚੜ੍ਹਾਉਣ ਵਾਲਾ ਕੌਣ ਹੈ ਤੇ ਡੁਬਾਉਣ ਵਾਲਾ ਕੌਣ ਹੈ, ਉਹਦੇ ਨਾਲ ਜੁੜਨਾ। ਚਿਤ ਵੋ ਨਾਰਾਇਣ ਏਕ ਰੂਪ ਜਾ ਕੇ ਰੰਗ ਅਨੇਕ। ਉਹ ਅਲੱਗ ਅਲੱਗ ਰੂਪਾਂ 'ਚ ਆਉਂਦਾ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੇ ਇਸੇ ਚੀਜ਼ ਦੀ ਵਿਆਖਿਆ ਤਤੀ ਤਵੀ ਤੇ ਬੈਠ ਕੇ ਕੀਤੀ ਨਾ। ਹੁਣ
ਅਲੱਗ ਰੂਪਾਂ ਦੇ ਵਿੱਚ ਉਹਨਾਂ ਨੇ ਇੱਕ ਰੂਪ ਦੇਖਿਆ ਜਿਹੜਾ ਸਿਰ ਤੇ ਰੇਤਾ ਪਾ ਰਿਹਾ, ਉਹ ਵੀ ਉਹਦਾ ਹੀ ਰੂਪ ਹੈ। ਹੁਣ ਉਹਦੇ 'ਚ ਵੀ ਉਹਨੂੰ ਦੇਖ ਰਹੇ ਨੇ, ਉਹਨੂੰ ਵੀ ਬੁਰਾ ਭਲਾ ਨਹੀਂ ਕਹਿ ਰਹੇ। ਇਹ ਗੁਰੂ ਸਾਹਿਬ ਸਾਡੀ ਇਹ ਸ਼ੇਰ ਬਿਰਤੀ ਜਿਹੜੀ ਹੈਗੀ ਹੈ ਇਹ ਸਾਡੀ ਬਣਾ ਰਹੇ ਨੇ। ਕਹਿੰਦੇ ਨੇ ਗੋਪਾਲ ਦਾਮੋਦਰ ਦੀਨ ਦਿਆਲ। ਗੋਪਾਲ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ, ਦਾਮੋਦਰ ਸਾਰਿਆਂ ਦੇ ਢਿੱਡ ਭਰਨ ਵਾਲਾ, ਦੀਨ ਦਿਆਲ ਉਹ ਗਰੀਬਾਂ ਦੀ ਦਿਆਲ ਤੇ ਬਹੁਤ ਦਿਆਲ ਹੈਗਾ। ਦੁੱਖ ਭੰਜਨ ਪੂਰਨ ਕਿਰਪਾਲ ਉਹ ਸਾਡੇ ਸਾਰੇ ਦੁੱਖ ਤੋੜਨ ਮੁਕਾਉਣ ਵਾਲਾ ਹੈਗਾ। ਪੂਰਨ ਕਿਰਪਾਲ ਉਹ ਬੜਾ ਕਿਰਪਾਲੂ ਹੈਗਾ। ਇਹ ਯਾਦ ਰੱਖਣਾ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਅਸੀਂ ਹਰ ਵੇਲੇ ਉਹਨੂੰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਤੀਸਰੇ ਮੰਚ ਫਿਰ ਕਹਿੰਦੇ ਨੇ ਉੱਤਮ ਸ਼ਲੋਕ ਸਾਧ ਕੇ ਬਚਨ। ਇਹ ਜਿਹੜੀ ਬਾਣੀ ਹੈ ਇਸ ਬੜੇ ਸੁੰਦਰ ਬਚਨ ਨੇ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼। ਅਸੀਂ ਪੜ੍ਹ ਕੇ ਆਏ ਹਾਂ 17ਵੀਂ ਅਸ਼ਟਪਦੀ ਦੇ ਵਿੱਚ, ਉਹਦੇ 7ਵੇਂ ਬੰਦ ਦੇ ਵਿੱਚ ਸਤ ਬਚਨ ਸਾਧੂ ਉਪਦੇਸ਼। ਸਤ ਤੇ ਜਨ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਜਾ ਕੇ ਹਿਰਦੇ ਪ੍ਰਵੇਸ਼। ਤੇ ਕਹਿੰਦੇ ਪਏ ਨੇ ਇਹੋ ਹੈ ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਹੈ ਰਤਨ। ਇਹ ਅਮੋਲਕ ਨੇ, ਰਤਨ ਨੇ, ਕੀਮਤੀ। ਇਹ ਦੁਨਿਆਵੀ ਰਤਨ ਜਿਹੜੇ ਨੇ ਦੇ ਆਰ ਲਾਈਕ ਕਿਊਬਿਕ ਜ਼ਰਕੋਨੀਆ, ਬਟ ਦਿਸ ਇਜ਼ ਦ ਰੀਅਲ ਡਾਇਮੰਡ ਜਿਊਅਲ। ਅਮਲੀਕ ਲਾਲ ਹੈ ਰਤਨ, ਸੁਨਤ ਕਮਾਵਤ ਹੋਤ ਉਧਾਰ। ਇਹਨੂੰ ਖਾਲੀ ਸੁਣਨਾ ਹੀ ਨਹੀਂ, ਇਹਦੀ ਕਮਾਈ ਕਰਨੀ ਹੈ। ਅਰਦਾਸ ਦੇ ਵਿੱਚ ਅਸੀਂ ਬਾਰ ਸੁਣਨੇ ਹਾਂ ਉਹਨਾਂ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਮਾਣਾ ਹੈਗਾ, ਉਹਦੇ ਨਾਲ ਉਧਾਰ ਹੋਏਗਾ। ਆਪ ਤਰੇ ਲੋਕੇ ਨਿਸਤਾਰ, ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕੀਤੀ ਸੀ, ਆਪ ਜਪੇ ਵਰੇ ਨਾਮ ਜਪਾਵੇ। ਆਪ ਹੀ ਨਹੀਂ ਖਾਲੀ ਤਰਨਾ, ਲੋਕਾਂ ਦਾ ਵੀ ਨਿਸਤਾਰ ਕਰਨਾ ਹੈ। ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ, ਔਰ ਦੇਖੋ ਗੁਰੂ ਗ੍ਰੰਥ ਸਾਹਿਬ 'ਚ ਸਾਰੀ ਰਹਿੰਦੀ ਦੁਨੀਆ ਤੱਕ ਨਿਸਤਾਰਾ ਕਰਦੇ ਰਹਿਣਗੇ। ਸਫਲ ਜੀਵਨ ਸਫਲਤਾ ਕਾ ਸੰਗ, ਸਫਲ ਫਲ ਸਹਿਤ ਇਹਦੇ 'ਚ ਫਲ ਮਿਲਦਾ। ਇਹ ਡਰਾਈ ਨਹੀਂ ਹੈਗਾ, ਰਸਦਾਇਕ ਹੈਗਾ। ਇਹ ਮਾਰਗ ਜਿਹੜਾ ਹੈਗਾ, ਜਾ ਕੇ ਮਨ ਲਾਗਾ ਹਰ ਰੰਗ। ਜਿਹਦੇ ਹਿਰਦੇ ਦੇ ਵਿੱਚ ਇਹ ਰੰਗ ਲੱਗ ਗਿਆ, ਰੰਗ ਪਿਆਰ, ਇਹ ਪਿਆਰ ਲੱਗ ਗਿਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੈ ਜੈ ਸ਼ਬਦ ਅਨਾਹਦ ਗਾਜੇ, ਜੈ ਜੈ ਸ਼ਬਦ ਅਨਾਹਦ ਵਾਜੇ। ਉਹਨਾਂ ਦੇ ਅੰਦਰ ਜੈ ਜੈਕਾਰ, ਕਿਉਂਕਿ ਹੁਣ ਅੰਦਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਆ ਗਿਆ। ਜੈ ਜੈ ਸ਼ਬਦ ਅਨਾਹਦ ਵਾਜੇ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੇ। ਉਹਨੂੰ ਸੁਣ ਕੇ ਅੰਦਰ ਅਨਾਹਦ ਸ਼ਬਦ ਚੱਲ ਰਿਹਾ। ਸੁਣ ਉਹਨੂੰ ਸੁਣ ਕੇ ਆਨੰਦ ਕਰੇ ਪ੍ਰਭ ਗਾਜੇ। ਉਹ ਆਨੰਦ ਦੇ ਵਿੱਚ, ਆਨੰਦ ਜਿਹੜਾ ਕਦੀ ਜਾਂਦਾ ਹੀ ਨਹੀਂ ਦੁਨੀਆ ਵਿੱਚ। ਪ੍ਰਗਟੇ ਗੋਪਾਲ ਮਹੰਤ ਕੇ ਮਾਥੇ। ਮਹੰਤ ਉਹ ਮਹਾਂਪੁਰਖਾਂ ਦੇ ਮੱਥੇ ਤੇ ਉਹਨਾਂ ਪ੍ਰਗਟ ਹੋ ਜਾਂਦਾ ਹੈਗਾ। ਆਖਰੀ ਬੰਚ ਕਹਿੰਦੇ ਨੇ ਨਾਨਕ ਉਧਰੇ ਤਿਨ ਕੇ ਸਾਥੇ, ਸਰਨ ਜੋਗ ਸੁਨ ਸਰ ਨਹੀਂ ਆਏ। ਸਾਨੂੰ ਪਤਾ ਲੱਗਾ ਤੁਸੀਂ ਸਮਰੱਥ ਹੋ। ਸਰਨ ਜੋਗ, ਯੂ ਆਰ ਦਾ ਓਨਲੀ ਵਨ ਕੇਪੇਬਲ, ਜਿਹੜੀ ਮੇਰੀ ਰੱਖਿਆ ਕਰ ਸਕਦੇ ਹੋ। ਸ਼ਰਨ ਜੋਗ ਸੁਨ ਸਰ ਨਹੀਂ ਆਏ। ਜਦੋਂ ਪਤਾ ਲੱਗਾ ਅਸੀਂ ਤੁਹਾਡੀ ਸ਼ਰਨ 'ਚ ਆ ਗਏ ਹਾਂ। ਕਰ ਕਿਰਪਾ ਪ੍ਰਭ ਆਪ ਮਿਲਾਏ। ਕਿਰਪਾ ਕਰਕੇ ਗੁਰੂ ਸਾਹਿਬ ਆਪ ਜੀ ਨੇ ਨਾਮ ਦੀ ਦਾਤ ਦੇਤੀ। ਸਤਿਗੁਰ दाता नाम का पूरा जिस भंडार, उन्हें नाम की दात देती। और नाम की दात के नाल सुखमनी सुख अमृत प्रभ नाम, भगत जना के मन विश्राम। ये साढ़े नाम मन दे विच कहते ने उन्हें विश्राम करता, अंदर टिका दिता। कर किरपा प्रभ आप मिलाए। हुण मैं नहीं कीता, ये हुण इत्थे ये देखो कर किरपा, ये उहदी किरपा, क्योंकि असी अपनी हिम्मत के नाल उहदे दर ते जा सकते, अंदर नहीं पहुँच सकते। उन्हें किरपा करके मिलाना है। कर किरपा प्रभाव मिलाए। मिट गए बैर पए सब रेन। हुण दे कहना मैं ना को मेरा बैरी रहा, ना हम किसके बैर आए। ना को मेरा दुश्मन रहा, ना हम किसके बैर आई। मिट गए बैर पए सब रेन। सारे दी असी चरण धूड़ हो गया। अमृत नाम साध संग लैन। हुण साध संगत की फेर आ गई है, क्योंकि गुरु साहब बार बार सानू
ਸਾਧ ਸੰਗਤ ਦੇ ਤੇ ਟੇਕ ਲਗਾਉਂਦੇ ਨੇ। ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁਪ੍ਰਸੰਨ ਪਏ ਗੁਰਦੇਵ। ਗੁਰੂ ਜੀ ਜੋ ਟੁੱਟ ਗਏ ਨੇ ਤਦ ਇਹ ਦਾਤ ਦਿੱਤੀ ਉਹਨਾਂ ਨੇ, ਪੂਰਨ ਹੋਈ ਸੇਵਕ ਕੀ ਸੇਵ। ਇਸ ਤਰੀਕੇ ਨਾਲ ਸੇਵਾ ਪੂਰੀ ਹੋ ਗਈ ਹੈ। ਆਲ ਜੰਜਾਲ ਬਿਕਾਰ ਤੇ ਰਹਿ ਤੇ ਹੁਣ ਜਿਹੜੇ ਘਰ ਦੇ ਆਲਣਾ ਨੈਸਟ ਹਾਊਸ ਸਾਡੇ ਘਰ ਦੇ ਜੰਜਾਲ ਜਿਹੜੇ ਸੀ ਉਹ ਹੁਣ ਜੰਜਾਲ ਬੇਕਾਰ ਤੇ ਰਹਿ ਤੇ ਹੁਣ ਵਿਕਾਰ ਵਗੈਰਾ ਔਰ ਘਰ ਦੇ ਜੰਜਾਲ ਜਿਹੜੇ ਨੇ ਉਹ ਤੁਸੀਂ ਆਪ ਹੀ ਸੋਲਵ ਕਰਤੇ। ਜੋ ਜੋ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਤੁਸੀਂ ਆਪ ਹੀ ਸਵਾਰੀ ਜਾ ਰਹੇ ਹੋ। ਰਾਮ ਨਾਮ ਸੁਨ ਰਸਨਾ ਕਹਤੇ, ਰਾਮ ਨਾਮ ਨੂੰ ਸੁਣਨੇ ਆ ਤੇ ਨਾਲ ਫਿਰ ਰਸਨਾ ਨਾਲ ਅਸੀਂ ਕਹਿੰਦੇ ਆ ਕਰ ਪ੍ਰਸਾਦ ਦਿਆ ਪ੍ਰਭਤਾਰੀ। ਇਸ ਉਹਨਾਂ ਨੇ ਕਿਰਪਾ ਕੀਤੀ, ਇਹ ਦਇਆ ਨਾਲ ਇਹ ਮੈਨੂੰ ਬਖਸ਼ਿਸ਼ ਕਰਤੀ। ਨਾਨਕ ਨਿਭੀ ਖੇਪ ਹਮਾਰੀ, ਖੇਪ ਕੀ ਸੀ? ਜਿਸ ਵਖਰ ਕੋ ਲੈਣ ਤੂੰ ਆਇਆ। ਸਾਧ ਸੰਗ ਇਹ ਉਦੋਂ ਮਿਲਿਆ ਗਿਆ। ਲਾਦ ਖੇਪ ਸੰਤੈ ਸੰਗ ਚਾਲ, ਲਾਦ ਖੇਪ ਇਹ ਮਰਚੈਂਡਾਈਜ਼, ਇਹ ਜਿਸ ਵਖਰ ਕੋ ਲੈਣ ਤੂੰ ਆਇਆ, ਇਹੀ ਖੇਪ ਇਹ ਲੈ ਕੇ ਹੀ ਅਸੀਂ ਨਾਨਕ ਨਿਭੀ ਖੇਪ ਹਮਾਰੀ, ਇਹ ਜਿਹੜਾ ਨਾਮ ਦਾ ਲਾਹਾ ਲੈਣ ਵਾਸਤੇ ਅਸੀਂ ਆਏ ਸੀ। ਤੇ ਗੁਰੂ ਸਾਹਿਬ ਨੇ ਇੱਥੇ ਇਹੀ ਦੱਸਿਆ ਗਿਆ ਸਾਨੂੰ, ਨਾਨਕ ਨਿਭੀ ਖੇਪ ਹਮਾਰੀ। ਸਾਡੀ ਇਹ ਦਾਤ ਜਿਹੜੀ ਲੈਣ ਵਾਸਤੇ ਅਸੀਂ ਆਏ ਸੀ ਇਹ ਪੂਰੀ ਹੋ ਗਈ ਹੈ। ਇੱਥੇ 4 ਬੰਦ ਪੂਰੇ ਹੁੰਦੇ ਨੇ ਆਪ ਜੀ ਦੇ ਨਾਲ। ਇਹ ਫਿਰ ਕੰਟੀਨਿਊ ਕਰਾਂਗੇ 5ਵੇਂ ਬੰਦ ਤੋਂ ਲੈ ਕੇ ਆਖਰੀ ਤੱਕਨ। ਤੇ ਦਾਸ ਕੋਲੋਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਨੇ, ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ, ਸੁਮਤ ਬਖਸ਼ਣੀ, ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਨੇ ਆ ਔਰ ਮੇਰੇ ਵਾਸਤੇ ਅਰਦਾਸ ਕਰਨੀ ਕਿ ਇਹ ਅਨੁਭਵ ਤੋਂ ਦਾਸ ਬੋਲ ਨਹੀਂ ਬੁਲਾ ਰਿਹਾ, ਇਹ ਪੜ੍ਹੇ ਲਿਖੇ ਸੁਣੇ ਹੋਏ ਉਹ ਬੋਲ ਰਿਹਾ ਹਾਂ। ਮੇਰੇ ਵਾਸਤੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਜੀ, ਸਾਧ ਸੰਗਤ ਜੀ, ਕਿ ਜੋ ਬੁਲਾਇਆ ਗਿਆ ਉਹਨੂੰ ਕਮਾਉਣ ਵਾਸਤੇ ਗੁਰੂ ਸਾਹਿਬ ਇਹ ਕਿਰਪਾ ਕਰਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਸ਼ਰਾਮ। ਜਿਸ ਨਾਲ ਭਗਤਾਂ ਦੇ ਮਨ 'ਚ ਵਿਸ਼ਰਾਮ ਹੈ, ਸਾਡੇ 'ਤੇ ਵੀ ਦਇਆ ਕਰਕੇ ਉਹ ਦਾਤ ਪਾ ਦਿਓ। ਤੁਸੀਂ ਪਾ ਸਕਦੇ ਹੋ ਕਿ ਖਿਨਮੇ ਥਾਪ ਥਾਪਨ ਹਾਰਾ ਗਿਆ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣਾ। ਸਹੀ ਗੁਰਮੁਖ ਸੰਤ ਪਿਆਰੇ ਮੇਲੋ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ